ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੁ ਤਰਾ ਪਾਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ, ਮਨ ਮੂਖਕ ਬਿਲ ਬਾਸਨ। ਪਕਰੋਂ ਕਉਨ ਉਪਾਏ, ਪਾਰਦ ਸ੍ਰੀ ਗੁਰ ਪ੍ਰੇਮ ਪਾਗ। ਸੋ ਪਿਆਵੋ ਹੈਥਰ ਜਾ ਥਾਏ, ਦੋਹਰਾ ਮਨ ਮੂਖਕ ਬਿਲ ਬਾਸਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਤੇ ਗੁਰੂ ਸਾਹਿਬ ਨੇ ਕਿਹਾ ਕਿ ਸ਼ਬਦ ਗੁਰੂ, ਸਾਡਾ ਗੁਰੂ ਭਾਈ ਸ਼ਬਦ ਹੈ। ਜਿਹੜੇ ਸਰੀਰਾਂ ਨੂੰ ਗੁਰੂ ਧਾਰ ਕੇ ਯੋਗ ਸਾਧਨਾ ਕਰ ਕਰਕੇ ਸਿੱਧੀਆਂ ਨੂੰ ਸ਼ਕਤੀਆਂ ਨੂੰ ਪ੍ਰਾਪਤ ਹੋਏ ਹੋਏ ਲੋਕ ਸਨ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਉਹਨਾਂ ਨੂੰ ਵੀ ਸ਼ਬਦ ਗੁਰੂ ਦਾ ਵਿਸ਼ਵਾਸ ਦੇਣ ਲਈ ਜਦੋਂ ਸੋ ਉੱਚੇ ਪਹਾੜਾਂ ਪਰਬਤਾਂ ਦੀ ਜਗ੍ਹਾ ਤੇ ਜਾ ਬੈਠੇ ਸਨ ਇਹ ਸਿੱਧ ਲੋਕ, ਗੁਰੂ ਸਾਹਿਬ ਜੀ ਉੱਥੇ ਪਹੁੰਚੇ ਨੇ। ਇਹਨਾਂ ਨੇ ਵਾਰੋ ਵਾਰੀ ਗੁਰੂ ਨਾਨਕ ਸਾਹਿਬ ਦੇ ਨਾਲ ਗਿਆਨ ਚਰਚਾ ਕੀਤੀ। ਜਿੱਥੋਂ ਜਿੱਥੋਂ ਤੱਕ ਇਹਨਾਂ ਦਾ ਗਿਆਨ ਸੀ ਉੱਥੋਂ ਤੱਕ ਦੇ ਸਵਾਲ ਕੀਤੇ। ਗੁਰੂ ਸਾਹਿਬ ਨੇ ਉੱਤਰ ਦੇ ਕੇ ਨਿਰੁੱਤਰ ਕੀਤਾ। ਇਹਨਾਂ ਨੇ ਫਿਰ ਆਪਣੀਆਂ ਸ਼ਕਤੀਆਂ ਵੀ ਗੁਰੂ ਸਾਹਿਬ ਨੂੰ ਵਿਖਾਈਆਂ। ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੀਆਂ ਸ਼ਕਤੀਆਂ ਨੂੰ ਵੀ ਆਪਣੀ ਸ਼ਕਤੀ ਨਾਲ ਮਾਤ ਪਾਇਆ। ਜਿਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਨੇ ਇਹ ਸਾਰੀ ਸਿੱਧ ਮੰਡਲੀ ਜਿੱਤੀ ਹੈ,
ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਗੁਰੂ ਦੇ ਉਪਾਸ਼ਕ ਗੁਰੂ ਨਾਨਕ ਨੇ ਸ਼ਬਦ ਦੁਆਰਾ ਹੀ ਸਿੱਧ ਮੰਡਲੀ ਨੂੰ ਜਿੱਤ ਲਿਆ, ਜਿੱਤ ਪ੍ਰਾਪਤ ਕੀਤੀ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਸਿੱਧਾਂ ਦੇ ਨਾਲ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਿਚਾਰਾਂ ਵੀ ਕੀਤੀਆਂ ਨੇ ਔਰ ਆਪਣੀਆਂ ਕਲਾ ਸ਼ਕਤੀਆਂ ਦੇ ਨਾਲ ਵੀ ਉਹਨਾਂ ਦੇ ਤਾਈਂ ਜਿੱਤ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੀ ਸ਼ਕਤੀ ਜੋ ਹੈ ਮਹਾਨ ਦਰਸਾਈ ਹੈ। ਤੋ ਅਸੀਂ ਪ੍ਰਸੰਗ ਸਰਵਣ ਕਰ ਰਹੇ ਹਾਂ ਕਿ ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਬਾਰੋ ਬਾਰੀ ਇਹ ਸਿੱਧ ਲੋਕ ਆਏ, ਸਤਿਗੁਰੂ ਨੇ ਬਾਣੀ ਦੇ ਸ਼ਬਦ ਇਹਨਾਂ ਦੇ ਨਾਮ ਤੇ ਉਚਾਰਨ ਕਰਕੇ ਵੀ ਇਹਨਾਂ ਨੂੰ ਉਪਦੇਸ਼ ਦਿੱਤਾ, ਬਖਸ਼ਿਸ਼ ਕੀਤੀ। ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਅਖੀਰ ਤੇ ਗੋਰਖਨਾਥ ਮਹਾਰਾਜ ਕੋਲ ਬੈਠਾ ਹੈ ਤੇ ਗੁਰੂ ਸਾਹਿਬ ਨੂੰ ਕਹਿੰਦਾ ਹੈ, ਮਹਾਰਾਜ ਕਿ ਤੁਸੀਂ ਸਾਡਾ ਉਪਦੇਸ਼ ਲਓ। ਇਸ ਵਾਸਤੇ ਮਨ 'ਚ ਵਿਚਾਰ ਕੀਤਾ ਕਿ ਆਪਣੀ ਸ਼ਕਤੀ ਵਿਖਾਈਏ ਤੇ ਇਹ ਪ੍ਰਭਾਵਿਤ ਹੋ ਕਰਕੇ ਕਿਸੇ ਨਾ ਕਿਸੇ ਲਾਲਚ ਵਿੱਚ ਆਣ ਕਰਕੇ ਸਾਨੂੰ ਇਸ ਪ੍ਰਕਾਰ ਗੁਰੂ ਧਾਰਨ ਕਰ ਲੈਣ, ਸਾਡੇ ਚੇਲੇ ਬਣ ਜਾਣ। ਭਾਈ ਗੁਰਦਾਸ ਸਾਹਿਬ ਖੱਪਰ ਦਿੱਤਾ ਨਾਥ ਜੀ, ਗੋਰਖਨਾਥ ਨੇ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਆਪਣਾ ਖੱਪਰ ਫੜਾ ਦਿੱਤਾ ਤੇ ਕਿਹਾ ਕਿ ਉਹ ਤਾਲ ਹੈ, ਸਰੋਵਰ ਹੈ, ਉਹਦੇ ਵਿੱਚੋਂ ਜਲ ਭਰ ਕੇ ਲਿਆਓ। ਤੇ ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਜੀ ਗਏ ਨੇ ਤੇ ਜਿਸ ਵੇਲੇ ਗੁਰੂ ਸਾਹਿਬ ਨੇ ਤੱਕਿਆ, ਡਿੱਠੇ ਰਤਨ ਜਵਾਹਰ ਲਾਲਾ, ਉਹ ਪਾਣੀ ਦੀ ਥਾਂ ਰਤਨਾਂ ਲਾਲਾਂ ਜਵਾਹਰਾਤਾਂ ਦੇ ਨਾਲ ਭਰਿਆ ਹੋਇਆ ਝਿਲਮਿਲ ਕਰਦਾ ਤੱਕਿਆ। ਗੋਰਖਨਾਥ ਦਾ ਵਿਚਾਰ ਸੀ ਕਿ ਐਸੀ ਸਾਡੀ ਕਰਾਮਾਤ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਲੋਭ ਪੈਦਾ ਹੋ ਜਾਊ ਕਿ ਮੈਨੂੰ ਵੀ ਇਹੋ ਜਿਹੀ ਸ਼ਕਤੀ ਮਿਲੇ, ਮੈਂ ਵੀ ਇਸ ਤਰ੍ਹਾਂ ਸੋ ਰਤਨ ਜਵਾਹਰ ਦਿਖਾ ਸਕਾਂ। ਭਈ ਇਹੋ ਜਿਹੇ ਲਾਲਚ ਵਿੱਚ ਆ ਕੇ ਤੇ ਗੁਰੂ ਸਾਹਿਬ ਮੰਨ ਜਾਣ। ਸਤਿਗੁਰੂ ਪਾਤਸ਼ਾਹ ਜੀ ਉੱਥੇ ਖੜੇ ਰਹੇ, ਦੇਖਿਆ ਨਜ਼ਾਰਾ, ਤੱਕਿਆ ਭਈ ਗੋਰਖਨਾਥ ਨੇ ਸਾਡੇ ਨਾਲ ਛਲ ਫਰੇਬ ਕੀਤਾ ਹੈ। ਮਹਾਰਾਜ ਖਾਲੀ ਖੱਪਰ ਲਿਆਣ ਕਰਕੇ ਫੜਾ ਕੇ ਕਹਿਣ ਲੱਗੇ ਵੀ ਪਾਣੀ ਹੈ ਨਹੀਂ ਉੱਥੇ। ਗੋਰਖਨਾਥ ਨੂੰ ਇਸ ਗੱਲ ਦੀ ਤਸੱਲੀ ਹੋ ਗਈ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਇਹੋ ਜਿਹੀਆਂ ਕਰਾਮਾਤਾਂ ਦੇ ਲਾਲਚ ਵਿੱਚ ਆ ਕਰਕੇ ਸਾਡੇ ਅੱਗੇ ਝੁਕਣ ਨਹੀਂ ਲੱਗੇ। ਸ਼ਹਿਨਸ਼ਾਹ ਪਿਤਾ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਇਸ ਤਰ੍ਹਾਂ ਦੇ ਨਾਲ ਸਿੱਧਾਂ ਨੇ ਸਤਿਗੁਰੂ ਦੇ ਨਾਲ ਬੜੇ ਇਸ ਪ੍ਰਕਾਰ ਦੇ ਕੌਤਕ ਕੀਤੇ ਨੇ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਇਹਨਾਂ ਨੂੰ ਭਲੀ ਪ੍ਰਕਾਰ ਸਤਿਗੁਰੂ ਪਾਤਸ਼ਾਹ ਨੇ ਹਰ ਪੱਖ ਤੋਂ ਨਿਰੁੱਤਰ ਕੀਤਾ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਕਵੀ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਜਿਸ ਤਰੀਕੇ ਦੇ ਨਾਲ ਸਿੱਧਾਂ ਦੇ ਪਰਥਾਏ ਜ਼ਿਕਰ ਕਰਦੇ ਨੇ, ਪਿਆਰ ਪੂਰਵਕ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜਦੇ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਮਨ ਮੂਖਕ ਬਿਲ ਬਾਸਨਾ। ਤੋ ਪਹਿਲਾਂ ਮੰਗਲਾਚਰਨ ਕਰਦੇ ਨੇ ਗੁਰੂ ਸਾਹਿਬ ਦੀ ਮਹਿਮਾ ਦੇ ਵਿੱਚ। ਕਹਿੰਦੇ ਸਾਡਾ ਮਨ ਇੱਕ ਮੂਖਕ ਚੂਹੇ ਦੀ ਨਿਆਈ ਹੈ ਤੇ ਸਾਡੀਆਂ ਜਿਹੜੀਆਂ ਵਾਸ਼ਨਾ ਨੇ ਇਹ ਬਿਲ ਮਨੇ ਚੂਹੇ ਦੀ ਖੁੱਡ। ਚੂਹਾ ਚੰਚਲ ਹੈ, ਆਪਣੀਆਂ ਖੁੱਡਾਂ ਵਿੱਚ ਸੋ ਲੁਕਦਾ ਹੈ, ਭੱਜਦਾ ਫਿਰਦਾ, ਟਿਕਦਾ ਨਹੀਂ। ਮਨ ਜਿਹੜਾ ਹੈ ਇਹ ਵਾਸ਼ਨਾ ਦੇ ਵਿੱਚ ਟਿਕਦਾ ਨਹੀਂ, ਕਦੇ ਕੋਈ ਵਾਸ਼ਨਾ ਕਦੇ ਕੋਈ ਵਾਸ਼ਨਾ ਇਹ ਕਰੀ ਜਾਂਦਾ ਹੈ। ਇਸ ਵਾਸਤੇ ਕਹਿੰਦੇ ਨੇ ਕਿ ਇਹ ਜਿਹੜਾ ਸਾਡਾ ਮਨ ਰੂਪ ਚੂਹਾ ਹੈ, ਵਾਸ਼ਨਾ ਰੂਪ ਖੁੱਡਾਂ ਦੇ ਵਿੱਚ ਜੋ ਭੱਜਾ ਫਿਰਦਾ ਹੈ, ਪਕਰੇ ਕੌਣ ਉਪਾਏ। ਪਰ ਕਹਿੰਦੇ ਜ਼ਰੂਰਤ ਹੈ ਕਿ ਮਨ ਰੂਪ ਚੂਹੇ ਚੰਚਲ ਨੂੰ ਇਹਨੂੰ ਪਕੜ ਕਰਕੇ ਟਿਕਾਉਣਾ ਹੈ। ਹੁਣ ਕਹਿੰਦੇ ਵੀ ਤਰੀਕਾ ਕਿਹੜਾ ਵਰਤੀਏ ਜਿਹਦੇ ਨਾਲ ਇਹ ਟਿਕ ਕੇ ਬਹਿ ਜਾਏ। ਪਾਰਦ ਸ੍ਰੀ ਗੁਰ ਪ੍ਰੇਮ ਪਗ ਪਵਾਵਹੋ। ਤੋ ਕਹਿੰਦੇ ਨੇ ਇਸ ਪ੍ਰਕਾਰ ਧੰਨ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਜਿਹੜਾ ਇਹ ਪਾਰੇ ਵਰਗਾ ਹੈ। ਹੋਵੇ ਥਿਰ ਥਾਏ। ਤੋ ਪਿਆਵੋਂ ਹੋਏ ਥਿਰ ਥਾਏ, ਇਸ ਨੂੰ ਉਹ ਗੁਰੂ ਦੇ ਚਰਨਾਂ ਦੇ ਪ੍ਰੇਮ ਦਾ ਪਾਰਾ ਇਹਨੂੰ ਪਿਆ ਦਈਏ। ਪਾਰਾ ਬਹੁਤ ਭਾਰਾ ਹੁੰਦਾ ਹੈ, ਫਿਰ ਚੂਹਾ ਭੱਜੇਗਾ ਨਹੀਂ। ਚੂਹੇ ਨੂੰ ਜੇ ਪਾਰਾ ਕਿਸ ਤਰ੍ਹਾਂ ਖਵਾ ਦਈਏ ਫਿਰ ਦੌੜ ਨਹੀਂ ਸਕਦਾ। ਪਾਣੀ ਨਾਲੋਂ 13 ਗੁਣਾ ਵੱਧ ਭਾਰਾ ਹੁੰਦਾ ਪਾਰਾ ਜਿਹੜਾ ਹੈ। ਇਸ ਪ੍ਰਕਾਰ
ਤੇ ਜਿੰਨਾ ਕੁ ਉਹਦੇ ਅੰਦਰ ਚੱਲ ਗਿਆ ਫਿਰ ਉਹ ਭੱਜ ਨਹੀਂ ਸਕਿਆ, ਟਿਕ ਕੇ ਬਹਿ ਜਾਏਗਾ। ਇਸ ਤਰ੍ਹਾਂ ਕਹਿੰਦੇ ਨੇ ਭਾਈ, ਗੁਰੂ ਸਾਹਿਬ ਦੇ ਚਰਨਾਂ ਦਾ ਪ੍ਰੇਮ ਹੀ ਐਸਾ ਭਾਰਾ ਹੈ ਜੋ ਸਾਡਾ ਮਨ ਬਾਸ਼ਨਾ ਬੱਧਾ ਆਵਾ ਜਾਵੇ, ਬਾਸ਼ਨਾ ਵਿੱਚ ਭੱਜਾ ਫਿਰਦਾ ਨਾ। ਕਹਿੰਦੇ ਇਸ ਨੂੰ ਗੁਰੂ ਦੇ ਚਰਨਾਂ ਦੇ ਪ੍ਰੇਮ ਦਾ ਭਾਰਾ ਖਵਾ ਦਈਏ, ਜਿਹਦੇ ਨਾਲ ਥਾਂ ਤੇ ਟਿਕ ਕੇ ਬੈਠ ਜਾਵੇ, ਇਕਾਗਰ ਹੋ ਜਾਵੇ। ਸ੍ਰੀ ਬਾਲਾ ਸੁੰਦਰ ਵਾਚ। ਬਾਲਾ ਜੀ ਸੰਧੂ ਗੋਤ ਵਾਲੇ ਉਵਾਚ ਕਥਨ ਕਰਦੇ ਹਨ। ਦੋਹਰਾ ਪਚਹਾਰੇ ਸਭ ਹੀ ਜਬੈ। ਜਦੋਂ ਇਹ ਸਾਰੇ ਜਿਹੜੇ ਜੋਗੀ ਸਨ ਗੁਰੂ ਸਾਹਿਬ ਦੇ ਨਾਲ ਮੁਕਾਬਲਾ ਕਰ ਕਰਕੇ ਹੰਭ ਗਏ, ਥੱਕ ਗਏ, ਜਦੋਂ ਕਿਹ ਬਿਦ ਜੀਤ ਨ ਪਾਏ। ਇਹਨਾਂ ਨੇ ਦੇਖਿਆ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਵੀ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਜਿੱਤ ਨਹੀਂ ਸਕੇ ਹਾਂ। ਗੋਰਖ ਚਿੰਤਾ ਤੁਰ ਭਇਓ। ਗੋਰਖਨਾਥ ਨੂੰ ਬੜੀ ਚਿੰਤਾ ਹੋਈ, ਭਈ ਦੁਨੀਆ ਵਿੱਚ ਮੈਂ ਕਿਸੇ ਨੂੰ ਨਹੀਂ ਛੱਡਿਆ, ਸਭ ਨੂੰ ਜਿੱਤਿਆ, ਪਰ ਅੱਜ ਮੈਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਹੈ। ਸਾਹਿਬ ਗੁਰੂ ਨਾਨਕ ਸਾਹਿਬ ਦੇ ਸਨਮੁਖ ਹੋਵਤ ਬਾਦ ਉਪਾਏ। ਤੇ ਜਿਤਨੇ ਵੀ ਉਪਾਏ ਯਤਨ ਕੀਤੇ ਨੇ ਵਿਅਰਥ ਜਾ ਰਹੇ ਨੇ। ਸਾਹਿਬ ਗੁਰੂ ਨਾਨਕ ਤੇ ਸਾਡੀ ਕਿਸੇ ਸ਼ਕਤੀ ਕਰਾਮਾਤ ਦਾ, ਸਾਡੀ ਗਿਆਨ ਚਰਚਾ ਦਾ ਅਸਰ ਨਹੀਂ ਹੋ ਰਿਹਾ ਹੈ। ਚਉਪਈ ਬਹੁਰੋ ਸਰਬ ਸਿੱਧ ਮਿਲ ਆਏ। ਫਿਰ ਸਾਰੇ ਹੀ ਸਿੱਧ ਇਕੱਠੇ ਹੋ ਕਰਕੇ ਆ ਗਏ ਗੁਰੂ ਸਾਹਿਬਾਂ ਦੇ ਕੋਲ। ਜੇ ਸਕਤ ਨਿਯੁਕਤ ਹੁਤੇ ਪਲਾਏ। ਜਿਹੜੇ ਆਪਣੀ ਸ਼ਕਤਨ ਜੁੱਤ ਸੀ ਤੇ ਸ਼ਕਤੀਆਂ ਸਮੇਤ ਗੁਰੂ ਸਾਹਿਬ ਦੇ ਸਾਹਮਣੇ ਸ਼ਕਤੀਆਂ ਦਿਖਾ ਕਰਕੇ ਹਾਰ ਕੇ ਭੱਜ ਗਏ ਸਨ, ਸ਼ਰਮਿੰਦੇ ਹੋ ਕੇ ਸਾਰੇ ਇਕੱਠੇ ਹੋ ਕੇ ਆ ਗਏ। ਫਿਰ ਗੋਰਖ ਜਹ ਬੇਦੀ ਕੁਲ ਦੀਪਾ। ਜਿੱਥੇ ਬੇਦੀ ਕੁਲ ਦੇ ਪ੍ਰਕਾਸ਼ਕ ਗੁਰੂ ਨਾਨਕ ਸਾਹਿਬ ਤੇ ਗੋਰਖਨਾਥ ਬੈਠੇ ਸਨ ਸੁਮੇਰ ਪਰਬਤ ਤੇ, ਉੱਥੇ ਆ ਗਏ ਗੁਰੂ ਸਾਹਿਬਾਂ ਦੇ ਕੋਲ। ਵੈਸੇ ਸਭ ਤਹ ਹੋਏ ਸਮੀਪਾ। ਸਾਰੇ ਹੀ ਗੁਰੂ ਸਾਹਿਬਾਂ ਦੇ ਨੇੜੇ ਹੋ ਕਰਕੇ ਬੈਠ ਗਏ ਹਨ। ਕਿਤਕ ਦੇਰ ਤੂਸਨ ਹੀ ਰਹੇ। ਇਤਨਾ ਕੁ ਸਮਾਂ ਸਾਰੇ ਚੁੱਪ ਹੀ ਰਹੇ, ਕੋਈ ਗੱਲ ਨਹੀਂ ਕੀਤੀ ਕਿਸੇ ਨੇ। ਪੁਨ ਵਿਚਾਰ ਗੋਰਖ ਬਚ ਕਹੇ। ਫਿਰ ਵਿਚਾਰ ਕਰਕੇ ਗੋਰਖਨਾਥ ਨੇ ਇਉਂ ਬਚਨ ਕੀਤੇ ਕਹੇ ਹਨ। ਮਨ ਮੈਂ ਬਾਣੀ ਮੋਰੀ। ਕਹਿਣ ਲੱਗਾ ਤੁਸੀਂ ਮੇਰੇ ਬਚਨ ਮੰਨ ਲਓ। ਗੁਰੂ ਸਾਹਿਬ ਨੇ ਕਹਿੰਦਾ ਹੈ, ਸੁਨੋ ਕਾਨ ਦੇ ਕਹੋ ਬਹੋਰੀ। ਕੰਨ ਦੇ ਕੇ ਸੁਣੋ, ਮੈਂ ਫਿਰ ਤੁਹਾਨੂੰ ਇਉਂ ਕਹਿੰਦਾ ਹਾਂ ਜੀ। ਸਭ ਸਿੱਧਨ ਕੋ ਅਦਪਤ ਬਣਾਈਏ। ਬਣੀਏ। ਕਹਿੰਦੇ ਮਹਾਰਾਜ ਸਾਰੇ ਹੀ ਸਿੱਧਾਂ ਦੇ ਤੁਹਾਨੂੰ ਸ਼੍ਰੋਮਣੀ ਬਣਾ ਦਿੰਦੇ, ਸਾਰਿਆਂ ਦੇ ਗੁਰੂ ਬਣਾ ਦਿੰਦੇ, ਵੱਡੇ ਬਣਾ ਦਿੰਦੇ ਹਾਂ। ਸਭ ਪਰ ਨਿਜ ਆਇਸ ਕੋ ਭੰਨੀਏ। ਤੇ ਸਾਰਿਆਂ ਦੇ ਉੱਤੇ ਤੁਸੀਂ ਆਪਣਾ ਹੁਕਮ ਚਲਾਇਆ, ਜੋ ਹੁਕਮ ਕਹੋਗੇ ਉਹੀ ਸਾਰੇ ਮੰਨਿਆ ਕਰਨਗੇ। ਮੁੰਦਾ ਪਹਿਰੋ ਝੋਲੀ ਲੀਜੈ। ਇੰਜ ਕਰੋ ਕੰਨ ਪਾੜ ਕੇ ਮੁੰਦਰਾ ਪਾਰ ਲਓ, ਮੋਢੇ ਵਿੱਚ ਆ ਝੋਲੀ ਮੰਗਣ ਵਾਸਤੇ ਪਾ ਲਵੋ। ਅੰਗ ਵਿਭੂਤ ਮਲਨ ਕੋ ਕੀਜੈ। ਆਪਣੇ ਸਰੀਰ ਤੇ ਵਿਭੂਤੀ ਸੁਆਹ ਮਲ ਲਓ। ਖਿੰਥਾ ਆਪਣੀ ਦੇਹ ਹੰਡਾਵੋ। ਇਸ ਪ੍ਰਕਾਰ ਗੋਦੜੀ ਸਰੀਰ ਦੇ ਉੱਤੇ ਪਾ ਕਰਕੇ ਇਹਨੂੰ ਹੰਡਾਓ ਖਿੰਥਾ ਨੂੰ। ਸਿੱਧ ਜਮਾਤੀ ਮਹਿ ਅਬ ਆਵੋ। ਇਹ ਸਿੱਧਾਂ ਦੀ ਜਮਾਤ ਵਿੱਚ ਆ ਜਾਓ, ਹੁਣ ਤੁਸੀਂ ਬਥੇਰੀ ਚਰਚਾ ਕਰ ਲਈ ਆ। ਦੇਹੋ ਭੰਡਾਰਾ ਹਮ ਤੇ ਖਾਵੋ। ਤੇ ਅਸੀਂ ਭੰਡਾਰਾ ਤਿਆਰ ਕਰਦੇ ਹਾਂ, ਸਾਡੇ ਕੋਲੋਂ ਆਪਣਾ ਹਿੱਸਾ ਲਓ ਭੰਡਾਰੇ ਦਾ, ਛਕੋ ਚੂਰਮਾ ਆਦਿਕ। ਸਿੰਘੀ ਮੁਖ ਤੇ ਨਾਦ ਬਜਾਵੋ। ਮੂੰਹ ਦੇ ਨਾਲ ਹਰਨ ਦੀ ਸਿੰਗੀ ਲਾ ਕਰਕੇ ਉਸ ਨੂੰ ਖੁਸ਼ੀ ਵਿੱਚ ਆ ਕੇ ਬਜਾਓ। ਦੋਹਰਾ ਹਾਥ ਵਿਖੇ ਡੰਡਾ ਗਹੋ। ਤੋ ਹੱਥ ਵਿੱਚ ਸੋ ਡੰਡਾ ਪਕੜ ਲਵੋ। ਕਰ ਸਿੱਧਨ ਪ੍ਰਤੀਤ। ਤੇ ਇਹ ਸਿੱਧਾਂ ਦੇ ਵਿੱਚ ਆਪਣਾ ਭਰੋਸਾ ਜਣਾਓ। ਇਸ ਪ੍ਰਕਾਰ ਸੋ ਜਬ ਧਾਰ ਤ੍ਰਿਡੰਡ ਫਿਰੇ ਨਗਨਾ, ਇਹ ਤ੍ਰਿਡੰਡੀ ਸਾਧ ਕਹਾਉਂਦੇ ਨੇ। ਤਿੰਨ ਚੀਜ਼ਾਂ ਇਸ ਪ੍ਰਕਾਰ ਪਕੜਨੀਆਂ, ਲੋਟਾ ਛੋਟਾ ਲੰਗੋਟਾ ਮਹਾਂਪੁਰਖ ਦੱਸਿਆ ਕਰਦੇ ਇਹਨਾਂ ਕੋਲ ਹੁੰਦਾ। ਮਹਾ ਸਖਤ ਕੋ ਪਾਏ ਹੋ। ਵੱਡੀ ਭਾਰੀ ਸ਼ਕਤੀ ਪ੍ਰਾਪਤ ਕਰ ਲਓਗੇ। ਜਿਉ ਸਗਲਾ ਜਗ ਜੀਤ। ਇਉਂ ਤੁਸੀਂ ਸਾਰੇ ਜਗ ਨੂੰ ਜਿੱਤ ਲਓਗੇ, ਮਹਾਰਾਜ ਸ਼ਕਤੀ ਇਤਨੀ ਹੋ ਜਾਏਗੀ। ਚਉਪਈ ਮਿਲ ਆਦੇਸ਼ ਕਹੋ ਆਦੇਸੋ। ਤੇ ਸਾਡਾ ਇਹ ਬੋਲਾ ਹੈ, ਜਦੋਂ ਵੀ ਮਿਲਣਾ ਇੱਕ ਦਿਸ ਨੂੰ ਆਦੇਸ਼ ਆਦੇਸ਼ ਕਹਿਣਾ ਹੈ। ਨਾਥ ਨਾਮ ਹੋਏ ਜੁਗ ਜੁਗ ਬੈਸੋ। ਤੁਹਾਡਾ ਨਾਮ ਨਾਥ ਹੋ ਜਾਏਗਾ, ਜੁਗਾਂ ਜੁਗਾਂ ਵਿੱਚ ਬੈਠੇ ਰਹੋਗੇ, ਉਮਰ ਲੰਮੀ ਹੋ ਜਾਏਗੀ। ਜੋਗ ਸੰਜੋਗੀ ਮਹਿ ਸੁਖ ਪਾਵੋ। ਤੁਸੀਂ ਇਸ ਜੋਗ ਦੇ ਸੰਯੁਕਤ ਹੋ ਕਰਕੇ ਬੜੇ ਸੁਖੀ ਹੋ ਜਾਓਗੇ। ਇੱਕ ਮਾਈ ਕੇ ਪੂਤ ਕਹਾਵੋ। ਸਾਡੇ ਸਾਰਿਆਂ ਵਿੱਚ ਆਈ ਪੰਥ ਵੱਡਾ ਹੈ, ਤੋ ਇੱਕ ਮਾਈ ਦੇ ਪੁੱਤਰ ਕਹਾਓਗੇ ਫਿਰ ਤੁਸੀਂ। ਜੋਗ ਜੁਗਤ ਕੇ ਚੇਲੇ ਮਾਨੀ। ਇਸ ਪ੍ਰਕਾਰ ਮੰਨੇ ਜਾਓਗੇ ਤੁਸੀਂ
ਜੋਗ ਦੀ ਜੁਗਤੀ ਦੇ ਚੇਲੇ ਹੋ, ਜੋਗ ਦੇ ਧਾਰਨੀ ਹੋ। ਸਭ ਦੀਵਾਨ ਤੁਮ ਸੇਵਕ ਥਾਨੀ। ਤੋ ਮਹਾਰਾਜ ਸਾਰੇ ਦੀਵਾਨ ਜਿਤਨੇ ਵੱਡੀਆਂ ਵੱਡੀਆਂ ਸਭਾ ਹੋਣਗੇ, ਉੱਥੇ ਤੁਸੀਂ ਸਭ ਦੇ ਸ਼੍ਰੋਮਣੀ ਪੂਜਨੀਕ ਹੋਵੋਗੇ। ਜਿੰਨੇ ਵੀ ਸਾਡੇ ਦੀਵਾਨ ਮੁਖੀ ਨਾਥ ਸਿੱਧ ਹੋਣਗੇ, ਸਭ ਤੁਹਾਡੀ ਆਗਿਆ ਵਿੱਚ ਚੱਲਣਗੇ। ਮਹਾਰਾਜ ਤੁਸੀਂ ਬਚਨ ਮੰਨ ਲਓ। ਤੁਮ ਤੇ ਉੱਪਰ ਹੋਏ ਨ ਆਨਾ। ਮਹਾਰਾਜ ਤੁਹਾਡੇ ਤੋਂ ਉੱਪਰ ਆਨ ਹੋਰ ਕੋਈ ਨਹੀਂ ਹੋਵੇਗਾ। ਸਭ ਮਹਿ ਬੈਸੋ ਹੋਵੇ ਪ੍ਰਧਾਨਾ। ਤੇ ਸਾਰਿਆਂ ਦੇ ਵਿੱਚ ਪ੍ਰਧਾਨ ਮੁਖੀ ਹੋ ਕਰਕੇ ਤੁਸੀਂ ਬੈਠੋਗੇ। ਸਾਹਿਬ ਗੁਰੂ ਨਾਨਕ ਸਾਹਿਬ ਜੀ ਜੋਗੀ ਬਣ ਜਾਓ। ਦੋਹਰਾ ਲੋਏ ਲੋਏ ਆਸਨ ਕਰੋ। ਫਿਰ ਸਾਰੇ ਲੋਕਾਂ ਵਿੱਚ ਤੁਹਾਡਾ ਆਸਣ ਹੋਵੇਗਾ। ਜਿੱਥੇ ਜਿੱਥੇ ਜਾਓਗੇ ਸਭ ਥਾਵਾਂ ਤੇ ਤੁਹਾਡਾ ਆਸਣ ਹੋਵੇਗਾ। ਸਰਬ ਕਰਾਏ ਭੰਡਾਰ। ਤੇ ਸਭ ਥਾਵਾਂ ਤੇ ਭੰਡਾਰੇ ਕਰਾਇਆ ਕਰੋ। ਇਹ ਦੇਖਿਆ ਗਿਆ ਹੈ, ਇਹ ਜਿੱਥੇ ਜਿੱਥੇ ਜੋਗੀਆਂ ਲੋਕਾਂ ਦਾ ਇਸ ਤਰ੍ਹਾਂ ਦਾ ਪ੍ਰਭਾਵ ਹੈ, ਇਹ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ, ਯੋਗ ਸ਼ਕਤੀਆਂ ਦੇ ਨਾਲ ਇਸ ਪ੍ਰਕਾਰ ਸੋ ਜਾਣੀ ਤਾਂਬੇ ਤੋਂ ਸੋਨਾ ਬਣਾ ਦੇਣਾ, ਉਹ ਸੋਨਾ ਵੇਚ ਕੇ ਤੇ ਉਹਦੇ ਨਾਲ ਫਿਰ ਭੰਡਾਰਾ ਕਰਨਾ। ਸਿੰਘ ਇੱਕ ਮਿਲਿਆ, ਉਹ ਵੈਦਿਕ ਕਰਦਾ, ਉਹਨੂੰ ਇਹ ਲੱਗਣਾ ਵੀ ਮੈਂ ਕਿਸੇ ਤਰ੍ਹਾਂ ਸੋਨਾ ਬਣਾ ਕੇ ਅਮੀਰ ਹੋ ਜਾ। ਉਹਨੇ ਦੱਸਿਆ ਵੀ ਕਹਿੰਦੇ ਵੀ ਬੰਦਾ ਤੇ ਇੱਕ ਹੈਗਾ ਮਿਲਿਆ, ਉਹ ਕੀ ਕਰਦਾ ਬਈ, ਉਹਨੇ ਖਾਸ ਬੰਦਾ ਰੱਖਿਆ ਵੀ ਫਲਾਨਾ ਬੰਦਾ ਉਹਦੇ ਕੋਲੋਂ ਸੋ ਆ ਜਿਹੜੀ ਹੁੰਦੀ ਹੈ ਤਾਂਬੇ ਦੀ ਨਾ, ਆ ਜਿੱਦਾਂ ਸਾਡੀਆਂ ਆ ਪਲੇਟਾਂ ਨੇ ਇਦਾਂ ਦੀ ਬਣਵਾ ਲੈਂਦਾ ਹੈ, ਤੇ ਉਹਦੇ ਕੋਲੋਂ ਲਿਆਉਣੀ। ਉਸ ਬੰਦੇ ਕੋਲ ਵੀ ਪਲੇਟ ਲਿਆ ਤੇ ਉਹਨੂੰ ਐਸੇ ਤਰੀਕੇ ਦੇ ਨਾਲ ਉਹ ਕੋਈ ਰਸਾਇਣ ਲਾ ਕਰਕੇ ਤੇ ਉਹਦਾ ਸੋਨਾ ਤਿਆਰ ਕਰਦਾ ਹੈ। ਫਿਰ ਉਹ ਜਿਹੜਾ ਨਾ ਉਹਨੇ ਖਾਸ ਸੁਨਿਆਰਾ ਕੋਈ ਰੱਖਿਆ, ਉਹਨੂੰ ਹੀ ਦੇਣਾ ਉਸੇ ਨੇ। ਉਹ ਪਲੇਟ ਦੇ ਲੋ ਕਿੰਨੇ ਤੋਲਿਆਂ ਦੀ ਹੋ ਜਾਂਦੀ ਹੈ, ਫਿਰ ਇੰਨਾ ਪੈਸਾ ਹੋ। ਫਿਰ ਕਹਿੰਦੇ ਉਹਨੇ ਸਾਰੇ ਦਾ ਭੰਡਾਰਾ ਹੀ ਕਰਨਾ, ਹੋਰ ਕਿਤੇ ਵਰਤਣਾ ਨਹੀਂ ਪੈਸਾ ਉਹਨੇ। ਕਿ ਜਿੰਨਾ ਸੋਨਾ ਤਿਆਰ ਕਰਨਾ ਉਹਦੇ ਨਾਲ ਉਹਨੇ ਭੰਡਾਰਾ ਹੀ ਕਰਨਾ। ਭਾਵ ਇਹ ਜੋਗੀਆਂ ਦੀ ਜੁਗਤ ਹੈ ਵੀ ਭੰਡਾਰਾ ਕਰਨਾ ਜੀ, ਬਹੁਤ ਜਲੇਬੀਆਂ ਹੋਰ ਬੜੇ ਬੜੇ ਪਦਾਰਥ ਬਣਾ ਕਰਕੇ ਛਕਾਉਣੇ। ਕਹਿੰਦੇ ਜਿੱਥੇ ਵੀ ਜਾਓਗੇ ਮਹਾਰਾਜ ਸਾਰੇ ਲੋਕਾਂ ਵਿੱਚ ਤੁਹਾਡਾ ਆਸਣ ਹੋਊਗਾ, ਤੇ ਜਿੱਦਾਂ ਦੇ ਮਰਜ਼ੀ ਭੰਡਾਰੇ ਕਰ ਕਰਕੇ ਦੁਨੀਆ ਨੂੰ ਮਗਰ ਲਾ ਲਿਓ। ਹੁਕਮ ਮਨਾਵ ਹੋ ਜਹ ਤਹ। ਜਿੱਥੇ ਕਿੱਥੇ ਮਹਾਰਾਜ ਆਪਣਾ ਹੁਕਮ ਮਨਾ ਲਿਓ ਤੁਸੀਂ। ਅਸ ਬਿਦ ਕੀਜੇ ਕਾਰ। ਤੇ ਇਸ ਤਰੀਕੇ ਦੇ ਨਾਲ ਮਹਾਰਾਜ ਤੁਸੀਂ ਕੰਮ ਕਰੋ। ਸੋਰਠਾ ਸੁਨ ਗੁਰ ਗਿਰਾ ਅਲਾਏ। ਸੁਣ ਕਰਕੇ ਇਹਨਾਂ ਦੇ ਬਚਨ ਧੰਨ ਮੇਰੇ ਗੁਰੂ ਨਾਨਕ ਸਾਹਿਬ ਨੇ ਫਿਰ ਬਾਣੀ ਬੋਲੀ, ਬਚਨ ਕੀਤੇ ਹਨ। ਕਰਨੋ ਰਹਿਓ ਨਾ ਹਮਹਿ ਕਛ। ਕੁਛ ਵੀ ਮਹਾਰਾਜ ਕਹਿੰਦੇ ਜੋ ਕੁਛ ਤੂੰ ਕਹਿੰਦਾ ਨਾ ਇਹ ਗੋਰਖਨਾਥ, ਹੁਣ ਸਾਡਾ ਕਰਨ ਵਾਲਾ ਇਹ ਕੋਈ ਵੀ ਕੰਮ ਰਹਿ ਨਹੀਂ ਗਿਆ ਹੈ। ਪੂਰਬ ਬਨਿਓ ਬਨਾਏ। ਸਾਰਾ ਕੁਝ ਸਾਡਾ ਪਹਿਲਾਂ ਹੀ ਬਣਿਆ ਹੋਇਆ। ਅਸੀਂ ਜੋਗੀ ਆ, ਪਰ ਸਾਡਾ ਯੋਗ ਭਗਤ ਯੋਗ ਤੁਹਾਨੂੰ ਪਹਿਲਾਂ ਵੀ ਦੱਸਿਆ। ਤੁਸੀਂ ਹਠ ਜੋਗੀ ਹੋ, ਸਾਡਾ ਭਗਤੀ ਯੋਗ ਹੈ। ਇਸ ਵਾਸਤੇ ਸਾਡਾ ਤੇ ਸਾਰਾ ਕੁਝ ਪਹਿਲਾਂ ਹੀ ਬਣਿਆ ਹੋਇਆ ਹੈ। ਅਬ ਨਵੀਨ ਕ੍ਰਿਤ ਕਿਆ ਕਰਹਿ। ਇਸ ਵਾਸਤੇ ਗੋਰਖਨਾਥ ਅਸੀਂ ਨਵਾਂ ਕੰਮ ਹੁਣ ਕੀ ਕਰਨਾ, ਅਸੀਂ ਸਭ ਪਹਿਲਾਂ ਕੀਤੇ ਹੋਏ ਹਨ। ਸ੍ਰੀ ਮੁਖ ਵਾਕ। ਸੁਭਾਏ ਮਨ ਮੁਖ ਤੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਬਾਣੀ ਉਚਾਰਨ ਕੀਤੀ ਹੈ। ਮੁੰਦਾ ਸੰਤੋਖ ਸਰਮ ਪਤ ਝੋਲੀ। ਸਾਹਿਬ ਜਪਜੀ ਸਾਹਿਬ ਜੀ ਦੀਆਂ ਜਿਹੜੀਆਂ ਪੌੜੀਆਂ ਹਨ, ਤੇ ਉਹਨਾਂ ਦੇ ਇੱਥੇ ਉਚਾਰਨ ਕਰਕੇ ਸਿੱਧਾਂ ਨੂੰ ਮਹਾਰਾਜ ਨੇ ਇਸ ਪ੍ਰਕਾਰ ਬਚਨ ਕੀਤਾ। ਹਜੂਰ ਕਹਿੰਦੇ ਦੇਖੋ ਸਾਡਾ ਸਾਰਾ ਕੁਝ ਬਣਿਆ ਹੋਇਆ, ਕਿ ਤੁਸੀਂ ਕਹਿੰਦੇ ਕੰਨ ਪਾੜ ਕੇ ਮੁੰਦਰਾ ਪਾਓ, ਤੇ ਮਹਾਰਾਜ ਕਹਿੰਦੇ ਨੇ ਮੁੰਦਾ ਕੀ ਹੈ? ਸੰਤੋਖ। ਜਿਹੜਾ ਅਸੀਂ ਮਨ 'ਚ ਸੰਤੋਖ ਧਾਰਿਆ ਹੋ, ਇਹੋ ਹੀ ਸਾਡਾ ਮੁੰਦਰਾ ਪਾਇਆ ਹੋਇਆ ਹੈ। ਸ਼ਰਮ ਪਤ ਝੋਲੀ। ਤੇ ਸ਼ਰਮ ਜੋ ਲੱਜਾ ਰੱਖਣੀ ਤਥਾ ਵੈਰਾਗ ਹਿਰਦੇ 'ਚ ਧਾਰਨ ਕਰਨਾ। ਤੋ ਇਸ ਪ੍ਰਕਾਰ ਪਤ ਝੋਲੀ, ਇਸ ਪ੍ਰਕਾਰ ਇਹੋ ਹੀ ਪਾਤਰ ਝੋਲੀ ਫੜਨੀ ਹੈ। ਧਿਆਨ ਕੀ ਕਰਹਿ ਬਿਭੂਤ। ਤੇ ਜਿਹੜਾ ਧਿਆਨ ਜੋੜਨਾ ਹੈ ਵਾਹਿਗੁਰੂ ਪਰਮੇਸ਼ਰ ਵਿੱਚ, ਇਹੋ ਹੀ ਵਿਭੂਤੀ ਦਾ ਮਲਣਾ। ਅਸੀਂ ਸਰੀਰ ਤੇ ਸਵਾਹ ਨਹੀਂ ਮਲਦੇ, ਅਸੀਂ ਧਿਆਨ ਜੋੜ ਕੇ ਵਾਹਿਗੁਰੂ ਪਰਮੇਸ਼ਰ ਵਿੱਚ ਤੇ ਇਸ ਪ੍ਰਕਾਰ ਇਹੋ ਹੀ ਵਿਭੂਤੀ ਮੰਨਦੇ, ਮਨ ਨੂੰ ਸ਼ੁੱਧ ਕਰਦੇ ਹਾਂ। ਖਿੰਥਾ ਕਾਲ ਕੁਵਾਰੀ ਕਾਇਆ। ਤੁਸੀਂ ਖਿੰਥਾ ਗੋਦੜੀ ਪਹਿਨਦੇ ਹੋ ਸਰੀਰ ਦੇ ਉੱਤੇ ਠੰਡ ਤੋਂ ਬਚਣ ਵਾਸਤੇ। ਮਹਾਰਾਜ ਕਹਿੰਦੇ ਕਾਲ ਕੁਆਰੀ ਕਾਇਆ, ਇਹ ਕਾਇਆ ਸਰੀਰ ਨੂੰ ਕਾਲ ਤੋਂ ਕੁਆਰੀ ਰੱਖਣਾ ਜਿਹੜਾ ਹੈ, ਇਹੋ ਇਸ ਪ੍ਰਕਾਰ ਖਿੰਥਾ ਗੋਦੜੀ ਦਾ ਪਹਿਨਣਾ ਹੈ। ਜੁਗਤ ਡੰਡਾ ਪ੍ਰਤੀਤ। ਇਸ ਪ੍ਰਕਾਰ ਯੋਗ ਦੀ ਤੁਸੀਂ ਜੁਗਤੀ ਕਹਿੰਦੇ ਹੋ, ਤੇ ਡੰਡਾ ਫੜੋ ਹੱਥ ਵਿੱਚ। ਮਹਾਰਾਜ ਕਹਿੰਦੇ ਪ੍ਰਤੀਤ, ਜਿਹੜਾ ਵਾਹਿਗੁਰੂ ਪਰਮੇਸ਼ਰ ਵਿੱਚ ਸਾਡਾ ਭਰੋਸਾ ਹੈ, ਯਕੀਨ ਵੱਜ ਗਿਆ, ਇਹੋ ਹੀ ਡੰਡਾ ਪਕੜਿਆ ਹੋਇਆ ਹੈ। ਆਈ ਪੰਥੀ ਸਗਲ ਜਮਾਤੀ। ਤੁਸੀਂ ਕਹਿੰਦੇ ਇੱਕ ਮਾਤਾ ਦੇ ਪੁੱਤਰ ਕਹਾਓਗੇ,
ਤੇ ਜੋਗ ਪੰਥ ਵਿੱਚ ਆ ਜਾਓ। ਮਹਾਰਾਜ ਕਹਿੰਦੇ ਆਈ ਪੰਥ ਸਾਡਾ ਵੀ ਹੈ। ਆਈ ਪੰਥੀ ਕੀ ਹੈ? ਕਹਿੰਦੇ ਸਗਲ ਜਮਾਤੀ, ਸਾਰਿਆਂ ਵਿੱਚ ਹੀ ਪਰਮੇਸ਼ਰ ਦੀ ਜੋਤ ਦੇਖ ਕਰਕੇ ਤੇ ਇੱਕੋ ਹੀ ਸਾਹਮਣੇ ਸਾਡਾ ਪੰਥ ਇੱਕੋ ਹੀ ਹੈ। ਸਾਰਿਆਂ ਦੇ ਅਸੀਂ ਸੰਜੋਗੀ ਹਾਂ। ਮਨ ਜੀਤੈ ਜਗ ਜੀਤ। ਇਸ ਤਰ੍ਹਾਂ ਮਨ ਨੂੰ ਜਿੱਤ ਕੇ ਸਾਰੇ ਜਗਤ ਨੂੰ ਜਿੱਤੀਦਾ ਹੈ। ਮਨ ਜਿੱਤ ਲਿਆ ਤਾਂ ਸਾਰਾ ਜਗਤ ਹੀ ਜਿੱਤ ਲਿਆ। ਕਹਿੰਦੇ ਇਹ ਭਾਈ ਸਾਰਾ ਕੁਝ ਸਾਡੇ ਕੋਲ ਹੈ ਜੋ ਨਿਸ਼ਾਨੀਆਂ ਤੋਂ ਦਸੀਆਂ ਹਨ। ਆਦੇਸ ਤਿਸੈ ਆਦੇਸ। ਤੇ ਤੁਸੀਂ ਕਹਿੰਦੇ ਹੋ ਵੀ ਜਦੋਂ ਜੋਗੀ ਨੂੰ ਜੋਗੀ ਮਿਲੇ ਉਦੋਂ ਆਦੇਸ਼ ਆਦੇਸ਼ ਕਹਿਣਾ। ਮਹਾਰਾਜ ਕਹਿੰਦੇ ਹਾਂ ਆਦੇਸ਼ ਦਾ ਅਰਥ ਹੈ ਨਮਸਕਾਰ। ਹਜ਼ੂਰ ਕਹਿੰਦੇ ਹਾਂ ਅਸੀਂ ਨਮਸਕਾਰ ਕਰਦੇ ਹਾਂ ਤਿਸੈ ਆਦੇਸ਼, ਉਸ ਅਕਾਲ ਪੁਰਖ ਜੀ ਨੂੰ ਸਾਡੀ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ। ਜੋ ਮਾਲਕ ਵਾਹਿਗੁਰੂ ਸਭ ਦਾ ਆਦ ਹੈ। ਅਨੀਲ ਜਿਹੜਾ ਮਾਲਕ ਗਿਣਤੀਆਂ ਤੋਂ ਰਹਿਤ ਹੈ, ਨੀਲ ਰੰਗ ਦਾਗਾ ਦੋਸ਼ਾਂ ਤੋਂ ਰਹਿਤ ਹੈ। ਅਨਾਹਤ ਜਿਹੜਾ ਹੱਦ ਤੋਂ ਰਹਿਤ, ਨਾਸ਼ ਤੋਂ ਰਹਿਤ ਵਾਹਿਗੁਰੂ ਜੋ ਪਰਮੇਸ਼ਵਰ ਹੈ। ਆਦ ਅਨੀਲ ਅਨਾਦ ਅਨਾਹਤ ਜੋ ਵਾਹਿਗੁਰੂ ਹੈ। ਜੁਗ ਜੁਗ ਏਕੋ ਵੇਸ। ਤੇ ਜੁਗਾਂ ਜੁਗਾਂ ਵਿੱਚ ਉਸ ਵਾਹਿਗੁਰੂ ਦਾ ਇੱਕੋ ਹੀ ਵੇਸ ਸਰੂਪ ਹੈ। ਉਸ ਅਕਾਲ ਪੁਰਖ ਨੂੰ ਆਦੇਸ਼ ਤਿਸੈ, ਉਸ ਨੂੰ ਆਦੇਸ਼ ਜੋ ਆਦ ਅਨੀਲ ਅਨਾਦ ਅਨਾਹਤ ਹੈ। ਭੁਗਤ ਗਿਆਨ ਦਇਆ ਭੰਡਾਰਣ। ਇਸ ਪ੍ਰਕਾਰ ਤੁਸੀਂ ਕਹਿੰਦੇ ਜੀ ਭੋਜਨ ਦੀ ਗੱਲ ਕੀਤੀ, ਭੁਗਤ ਦੀ। ਮਹਾਰਾਜ ਕਹਿੰਦੇ ਭੁਗਤ ਸਾਡਾ ਗਿਆਨ ਹੀ ਭੁਗਤ ਗਿਆਨ, ਸੋ ਗਿਆਨ ਹੀ ਸਾਡਾ ਭੋਜਨ ਹੈ। ਤੇ ਦਇਆ ਭੰਡਾਰਨ, ਤੇ ਜਿਹੜੀ ਦਇਆ ਰੱਖਣੀ ਹਿਰਦੇ 'ਚ ਇਹੋ ਹੀ ਭੰਡਾਰਨ ਹੈ। ਇਸ ਪ੍ਰਕਾਰ ਸਾਰਾ ਕੁਝ ਭੰਡਾਰਾ ਦੇਣ ਵਾਲੀ ਦਇਆ ਹੈ। ਘਟ ਘਟ ਵੱਜ ਹੈ ਨਾਦ। ਤੁਸੀਂ ਕਹਿੰਦੇ ਹੋ ਵੀ ਸਿੰਘੀ ਜਦੋਂ ਵੀ ਜੋਗੀ ਖੁਸ਼ੀ 'ਚ ਆ ਜਾਏ ਉਦੋਂ ਫਿਰ ਉਹ ਆਪਣਾ ਜਿਹੜੀਆਂ ਸਿੰਘੀ ਵਜਾਉਣ ਲੱਗ ਜਾਂਦਾ ਹੈ। ਤੇ ਨਾਦ ਇਹਨਾਂ ਕੋ ਖੋਖਰ ਹੁੰਦਾ ਹੈ, ਨਰਸਿੰਘਾ। ਜਿਸ ਵੇਲੇ ਇਹਨਾਂ ਦਾ ਭੰਡਾਰਾ ਤਿਆਰ ਹੋ ਜਾਂਦਾ ਉਦੋਂ ਨਰਸਿੰਘਾ ਵਜਾਉਂਦੇ ਨੇ ਤਾਂ ਕਿ ਸਾਰੇ ਜੋਗੀ ਇਕੱਠੇ ਹੋ ਕੇ ਭੋਜਨ ਲੈ ਲੈਣ ਆਪਣਾ। ਤੋ ਇਸ ਪ੍ਰਕਾਰ ਘਟ ਘਟ ਵਾਜੇ ਨਾਦ। ਮਹਾਰਾਜ ਕਹਿੰਦੇ ਸਾਡਾ ਨਾਦ ਤੇ ਸਦਾ ਹੀ ਵੱਜਦਾ ਹੈ। ਹਿਰਦਿਆਂ ਹਿਰਦਿਆਂ ਹਰੇਕ ਹਿਰਦੇ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਇਸ ਪ੍ਰਕਾਰ ਅਨਹਦ ਨਾਦ ਵੱਜ ਰਿਹਾ, ਇਹੋ ਹੀ ਸਾਡਾ ਨਾਦ ਦਾ ਵੱਜਣਾ, ਖੋਖਰ ਦਾ ਵੱਜਣਾ ਹੈ। ਆਪ ਨਾਥ ਨਾਥੀ ਸਭ ਜਾ ਕੀ। ਤੇ ਤੁਸੀਂ ਕਹਿੰਦੇ ਨਾਥ ਬਣ ਜਾਓ। ਮਹਾਰਾਜ ਕਹਿੰਦੇ ਆਪ ਨਾਥ, ਸਾਡਾ ਤੇ ਵਾਹਿਗੁਰੂ ਨਾਥ ਹੈ। ਨਾਥੀ ਸਭ ਜਾ ਕੀ, ਸਾਡਾ ਨਾਥ ਉਹ ਹੈ ਜਿਸ ਨੇ ਸਾਰੀ ਸਿੱਠ ਨੱਥ ਪਾਈ ਹੋਈ ਹੈ। ਚੇਤਨ ਸੱਤਾ ਰੂਪ ਹੁਕਮ ਰੂਪ ਰਿੱਧ ਸਿੱਧ ਅਵਰਾ ਸਾਧ। ਤੇ ਜਿਹੜੀਆਂ ਤੁਸੀਂ ਕਹਿੰਦੇ ਰਿੱਧੀਆਂ ਸਿੱਧੀਆਂ, ਮਹਾਰਾਜ ਕਹਿੰਦੇ ਇਹਨਾਂ ਦਾ ਅਵਰ ਹੋਰ ਹੀ ਸਵਾਦ ਹੈ। ਆਪਣੇ ਆਪ ਨੂੰ ਕੋਈ ਆਨੰਦ ਨਹੀਂ, ਇਹ ਤਾਂ ਹੋਰਨਾਂ ਨੂੰ ਸਵਾਦ ਹੈ। ਇਹਦਾ ਦੇਖਿਆ ਆਮ ਇਹੀ ਹੁੰਦਾ ਹੈ, ਰਿੱਧੀਆਂ ਸਿੱਧੀਆਂ ਸ਼ਕਤੀਆਂ ਮਿਲ ਜਾਣ ਤੇ ਅਸੀਂ ਐਂ ਕਰ ਦਈਏ ਉਹ ਕਰ ਦਈਏ। ਗੜ੍ਹ ਸ਼ੰਕਰ ਦੇ ਲਾਗੇ ਇੱਕ ਮਹਾਤਮਾ ਦਾ ਡੇਰਾ ਹੈ। ਉਹਨਾਂ ਕੁਛ ਜਪ ਤਪ ਕੀਤਾ ਸੀ, ਮਾਲਕ ਦੀ ਕਿਰਪਾ ਹੋਏਗੀ। ਦੁਨੀਆ ਬੜੀ ਜਾਂਦੀ ਸੀ। ਮੁੜ ਕੇ ਦੁਨੀਆ ਨੇ ਇਤਨਾ ਤੰਗ ਕੀਤਾ, ਉਹਨੂੰ ਇਤਨਾ ਕ੍ਰੋਧ ਆਇਆ। ਇੱਕ ਮਾਈ ਸੀ, ਉਹਦਾ ਇੱਕ ਛੋਟਾ ਬੱਚਾ ਸੀ, ਇੱਕ ਵੱਡਾ ਬੱਚਾ ਸੀ ਸ਼ਾਇਦ ਨਾਲ। ਉਹ ਨਾ ਮਹਾਤਮਾ ਦੇ ਸਾਹਮਣੇ, ਬਾਬਾ ਜੀ ਸਾਡੇ ਤੇ ਜ਼ਰੂਰ ਕਿਰਪਾ ਕਰੋ, ਕਿਰਪਾ ਕਰ। ਮਹਾਤਮਾ ਨੇ ਇੱਟ ਚੁੱਕੀ, ਸਿਰ 'ਚ ਮਾਰ ਮਾਰ ਕੇ ਤਿੰਨੇ ਹੀ ਮਾਰ ਦਿੱਤੇ, 3 ਕਤਲ ਕੀਤੇ। ਫਿਰ ਇਸ ਪ੍ਰਕਾਰ ਉਹ ਜੇਲ੍ਹ ਵਿੱਚ ਰਿਹਾ। ਗੜ੍ਹ ਸ਼ੰਕਰ ਦਾ ਸਾਡਾ ਪ੍ਰੇਮੀ ਆ ਵਕੀਲ, ਤਾਂ ਇਸ ਪ੍ਰਕਾਰ ਉਹ ਫਿਰ ਉਹਦਾ ਵਕੀਲ ਬਣਿਆ। ਇਸ ਪ੍ਰਕਾਰ ਜੇਲ੍ਹ ਵਿੱਚ ਬੰਦ ਰਿਹਾ, ਉਹਦਾ ਮੁਕੱਦਮਾ ਚੱਲਿਆ। ਰਿੱਧੀਆਂ ਸਿੱਧੀਆਂ ਤੋਂ ਆ ਕੁਛ ਮਿਲਿਆ, ਰਿੱਧ ਸਦਾ ਵਰਾ ਸਾਰ। ਮਹਾਰਾਜ ਕਹਿੰਦੇ ਨੇ ਹੇ ਇਸ ਪ੍ਰਕਾਰ ਸੋ ਗੋਰਖਨਾਥ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਤੋਂ ਕਹਿੰਦੇ ਬਹੁਤ ਮਿਲ ਜਾਣਗੀਆਂ। ਮਹਾਰਾਜ ਕਹਿੰਦੇ ਇਹਨਾਂ ਦਾ ਹੋਰਨਾਂ ਨੂੰ ਸਵਾਦ ਹੈ, ਹੋਰ ਸਵਾਦ ਹੈ। ਸਾਡਾ ਅਸੀਂ ਇਸ ਸਵਾਦ ਦੇ ਆਦੀ ਨਹੀਂ, ਸਾਡੇ ਕੋਲ ਨਾਮ ਦਾ ਸਵਾਦ ਹੈ। ਸੰਜੋਗ ਵਿਜੋਗ ਦੋਇ ਕਾਰ ਚਲਾਵ ਹੈ। ਬਾਕੀ ਇਹ ਜਿਹੜਾ ਸਾਰਾ ਜਗਤ ਹੈ ਵਾਹਿਗੁਰੂ ਨੇ ਸੰਜੋਗ ਬਣਾਏ ਨੇ, ਇੱਕ ਜੀਵਾਂ ਦਾ ਮੇਲ ਹੁੰਦਾ ਹੈ, ਤੇ ਵਿਜੋਗ ਬਣਾਇਆ ਵਿਛੋੜਾ ਹੁੰਦਾ ਹੈ। ਇਹ ਸਾਰੇ ਹੀ ਜਿਹੜੇ ਸੰਜੋਗ ਤੇ ਵਿਜੋਗ ਸਾਰੀ ਦੁਨੀਆ ਦੀ ਕਾਰਜ, ਕਿਸੇ ਪਾਸੇ ਜੋੜ ਹੋ ਰਿਹਾ, ਕਿਸੇ ਪਾਸੇ ਤੋੜ ਹੋ ਰਿਹਾ ਹੈ, ਕਿਸੇ ਦੇ ਪਿੱਛੇ ਜਨਮ ਹੋ ਰਹੇ ਨੇ, ਕਿਸੇ ਪਾਸੇ ਮਰਨ ਹੋ ਰਹੇ ਨੇ, ਸੰਜੋਗ ਵਿਜੋਗ ਹੋ ਰਹੇ ਹਨ। ਇਹ ਦੋਨੋਂ ਹੀ ਕੰਮ ਚਲਾ ਰਹੇ ਸਾਰੀ ਦੁਨੀਆ ਦਾ। ਲੇਖੈ ਆਵਹਿ ਭਾਗ। ਤੇ ਜਿਹੋ ਜਿਹਾ ਜੀਵਾਂ ਦਾ ਲੇਖਾ ਮੱਥੇ ਤੇ ਹਿਸਾਬ ਲਿਖਿਆ ਹੈ, ਉਹੀ ਉਹਨਾਂ ਦੇ ਭਾਗ ਨੇ। ਸਾਨੂੰ ਲੋੜ ਨਹੀਂ ਹੈ ਵੀ ਤੁਹਾਡੇ ਭੰਡਾਰੇ ਦੇ ਵਿੱਚੋਂ ਇਸ ਤਰ੍ਹਾਂ ਹੱਥ ਅੱਡ ਕਰਕੇ ਤੇ ਆਪਣਾ ਹਿੱਸਾ ਮੰਗੀਏ, ਉਹ ਤੇ ਰੱਬ ਨੇ ਪਹਿਲਾਂ ਹੀ ਦਿੱਤਾ ਹੋਇਆ। ਜਿਹੋ ਜਿਹੇ ਜੀਵਾਂ ਦੇ ਭਾਗ ਮੱਥੇ ਤੇ ਲਿਖੇ ਨੇ, ਉਹੋ ਜਿਹਾ ਮਾਲਕ ਪਰਾਰਬਧ ਅਨੁਸਾਰ ਦੇ ਰਿਹਾ ਹੈ। ਆਦੇਸ ਤਿਸੈ ਆਦੇਸ। ਇਸ ਵਾਸਤੇ ਗੋਰਖਨਾਥ ਜੀ
ਆਦੇਸ਼ ਨਮਸਕਾਰ ਹੈ ਤਿਸੇ। ਉਸ ਨੂੰ ਆਦੇਸ਼ ਹੈ, ਕਿਸ ਨੂੰ ਕਹਿੰਦੇ ਹਨ? ਆਦ ਅਨੀਲ ਅਨਾਦ ਅਨਾਹਤ। ਜੋ ਆਦ ਸਭ ਕੁਛ ਦਾ ਆਦ ਹੈ, ਜੁਗ ਰਚਨਾ ਜੋ ਵੀ ਉਸ ਤੋਂ ਆਦ ਮੁੱਢ ਰੂਪ ਉਹ ਹੈ ਆਦ। ਅਨੀਲ, ਨੀਲ ਇੱਕ ਗਿਣਤੀ ਹੈ, ਗਿਣਤੀਆਂ ਤੋਂ ਰਹਿਤ ਅਣਗਿਣਤ ਹੈ। ਨੀਲ ਆਪਣਾ ਰੰਗ ਹੁੰਦਾ ਹੈ, ਕਲੰਕ ਨੀਲ ਪੈ ਜਾਣ ਤਾਂ ਮਹਾਰਾਜ ਕਹਿੰਦੇ ਨਾ ਦਾਗ ਦੋਸ਼ ਉਹਦੇ ਤੇ ਕੁਛ ਨਹੀਂ ਹੈ। ਐਸਾ ਮਾਲਕ ਵਾਹਿ ਆਦ ਅਨੀਲ ਅਨਾਦ। ਤੋਂ ਇਸ ਪ੍ਰਕਾਰ ਸਭ ਕੁਛ ਦਾ ਆਦ ਹੈ, ਅਨ ਆਦ। ਆਦ ਤੋਂ ਉਹਦਾ ਕੋਈ ਆਦ ਨਹੀਂ, ਸਾਰੇ ਕੁਛ ਦਾ ਆਦ ਉਹ ਹੈ, ਉਹਦਾ ਆਦ ਕੋਈ ਨਾ। ਤਿਸ ਸੋ ਬਾਪ ਨਾ ਮਾਏ ਕਿੰਤੂ ਜਾਇਆ। ਸੋ ਅਨਾਦ ਤੇ ਅਨਾਹਤ ਜਾਂ ਅਨਾਹਦ ਦੋ ਸ਼ਬਦ ਹੁੰਦੇ ਬਾਣੀ ਦੇ ਵਿੱਚ। ਆਦ ਅਨੀਲ ਅਨਾਦ ਅਨਾਹਤ, ਜਿਹੜਾ ਮਾਲਕ ਹੱਥ ਨਾਸ ਤੋਂ ਰਹਿਤ ਹੈ, ਜਿਹਦੀ ਹੱਦ ਕੋਈ ਨਹੀਂ ਹੈ। ਐਸਾ ਜੋ ਵਾਹਿਗੁਰੂ ਜੀ ਹੈ। ਜੁਗ ਜੁਗ ਏਕੋ ਵੇਸ। ਤੇ ਫਿਰ ਜੁਗਾਂ ਜੁਗਾਂ ਵਿੱਚ ਉਹਦੇ 'ਚ ਕੋਈ ਤਬਦੀਲੀ ਨਹੀਂ, ਏਕੋ ਵੇਸ, ਇੱਕੋ ਹੀ ਉਸ ਦਾ ਸਰੂਪ ਸਦਾ ਕਾਇਮ ਰਹਿੰਦਾ। ਵੇਸ ਉਸ ਦਾ, ਭੇਖ ਉਸ ਦਾ, ਸਰੂਪ ਸਦਾ ਕਾਇਮ ਇੱਕੋ ਹੀ ਹੈ। ਏਕਾ ਮਾਈ ਜੁਗਤ ਵਿਆਈ। ਫਿਰ ਤੁਸੀਂ ਕਿਹਾ ਇੱਕ ਮਾਈ ਦੇ ਚੇਲੇ ਬਣ ਜਾਓਗੇ, ਭੰਡਾਰਨ ਇੱਕ ਹੋਏਗੀ। ਮਹਾਰਾਜ ਕਹਿੰਦੇ ਏਕਾ ਮਾਈ, ਇੱਕ ਮਾਇਆ ਹੀ ਸਭ ਦੀ ਮਾਈ ਮਾਤਾ ਰੂਪ ਹੈ, ਜਿਸ ਤੋਂ ਸਾਰੇ ਜਨਮੇ ਨੇ ਮਾਇਆ ਕਰਕੇ। ਜੁਗਤ ਵਿਆਈ ਤੋਂ ਕਹਿੰਦੇ ਨੇ ਉਹ ਇੱਕ ਜੁਗਤੀ ਪਰਮੇਸ਼ਵਰ ਨੇ ਬਣਾਈ ਮਾਇਆ ਦੇ ਨਾਲ, ਜਿਸ ਕਰਕੇ ਵਿਆਈ ਉਸ ਨੇ ਜਨਮ ਦਿੱਤਾ ਬੱਚਿਆਂ ਨੂੰ। ਇਹਨੂੰ ਕਹਿੰਦਾ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਤਿੰਨ ਚੇਲੇ ਪਰਵਾਣ। ਤੇ ਇਸ ਪ੍ਰਕਾਰ ਜਿਸ ਵੇਲੇ ਉਹ ਮਾਇਆ ਜਿਹੜੀ ਹੈ ਉਹ ਵਿਆਹੀ ਪ੍ਰਸੂਤਾ ਭਾਵ ਨੂੰ ਜਨਮ ਦਿੱਤਾ, ਤੇ ਤਿੰਨ ਚੇਲਿਆਂ ਨੂੰ ਜਨਮ ਦਿੱਤਾ ਇੱਕ ਮਾਇਆ ਤੋਂ। ਤੇ ਤਿੰਨ ਚੇਲੇ ਪ੍ਰਵਾਨ ਇੱਕ ਹੋਏ ਹਨ। ਇੱਕ ਸੰਸਾਰੀ ਇੱਕ ਭੰਡਾਰੀ। ਇੱਕ ਤਾਂ ਸੰਸਾਰੀ ਹੈ, ਬ੍ਰਹਮਾ ਸੰਸਾਰ ਨੂੰ ਪੈਦਾ ਕਰਨ ਵਾਲਾ ਰਜੋਗੁਣ। ਤੋ ਇੱਕ ਭੰਡਾਰੀ ਹੈ ਵਿਸ਼ਨੂੰ, ਜੋ ਸਭ ਨੂੰ ਭੰਡਾਰਾ ਦਿੰਦਾ ਹੈ, ਇਸ ਪਰ ਸਤੋਗੁਣੀ ਕਿਹਾ ਹੈ। ਇੱਕ ਲਾਏ ਦੀ ਬਾਣ। ਤੇ ਇੱਕ ਹੈ ਸ਼ਿਵ ਜੀ, ਜਿਹਨੂੰ ਕਹਿੰਦੇ ਨੇ ਲੈਤਾ ਕਰਨ ਲਈ, ਜਿਸ ਨੂੰ ਬਾਣ ਸੁਭਾਅ ਹੈ, ਆਦਤ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵੇਂ ਉਸ ਮਾਲਕ ਵਾਹਿਗੁਰੂ ਨੂੰ ਪਾਉਂਦਾ ਹੈ, ਤਿਵੇਂ ਹੀ ਇਹ ਸਾਰੇ ਜਗਤ ਨੂੰ ਚਲਾਉਂਦਾ ਹੈ ਵਾਹਿਗੁਰੂ। ਜਿਵ ਹੋਵੈ ਫੁਰਮਾਨ। ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਫਰਮਾਨ ਹੁਕਮ ਹੈ, ਉਵੇਂ ਹੀ ਜਗਤ ਨੂੰ ਚਲਾਉਂਦਾ ਹੈ। ਉਹ ਵੇਖੈ ਉਹਨਾਂ ਨਦਰ ਨ ਆਵੈ। ਉਹ ਮਾਲਕ ਰਚਨਹਾਰ ਉਹਨਾਂ ਨੂੰ ਵੇਖਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਨੂੰ, ਪਰ ਇਹਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ ਹੈ। ਪਰਮੇਸ਼ਰ ਵਾਹਿਗੁਰੂ ਜੀ ਨੂੰ ਦੇਖ ਨਹੀਂ ਸਕਦੇ। ਬਹੁਤਾ ਇਹੋ ਵਿਡਾਣ। ਮਹਾਰਾਜ ਕਹਿੰਦੇ ਬਹੁਤਾ ਵਿਡਾਣ, ਅਚਰਜ ਇਹੋ ਹੀ ਖੇਲ ਹੈ ਉਸ ਮਾਲਕ ਵਾਹਿਗੁਰੂ ਜੀ ਦਾ। ਉਹ ਸਰਬ ਕਲਾ ਸਮਰੱਥ ਹੈ। ਆਦੇਸ ਤਿਸੈ ਆਦੇਸ। ਇਸ ਵਾਸਤੇ ਉਹ ਜੋ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਉਸ ਨੂੰ ਆਦੇਸ਼ ਨਮਸਕਾਰ ਹੈ, ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਆਦ ਅਨੀਲ ਅਨਾਦ ਅਨਾਹਤ। ਉਹ ਸਭ ਦਾ ਆਦ ਰੂਪ ਹੈ। ਤੋ ਅਨੀਲ ਕਲੰਕਾਂ ਤੋਂ ਰਹਿਤ ਹੈ, ਗਿਣਤੀਆਂ ਤੋਂ ਰਹਿਤ ਹੈ, ਸਭ ਦਾ ਆਦ, ਜਿਹਦਾ ਆਪਣਾ ਕੋਈ ਆਦ ਨਹੀਂ ਹੈ। ਅਨਾਦ ਅਨਾਹਤ, ਨਾਸ਼ ਤੋਂ ਰਹਿਤ ਜੋ ਵਾਹਿਗੁਰੂ ਹੈ। ਜੁਗ ਜੁਗ ਏਕੋ ਵੇਸ। ਜੁਗਾਂ ਜੁਗਾਂ ਵਿੱਚ ਉਸ ਮਾਲਕ ਵਾਹਿਗੁਰੂ ਪਰਮੇਸ਼ਵਰ ਦਾ ਇੱਕੋ ਹੀ ਰੂਪ ਵੇਸ ਹੈ। ਆਸਣ ਲੋਏ ਲੋਏ ਭੰਡਾਰ। ਤੋ ਕਹਿੰਦੇ ਨੇ ਭਾਈ, ਸੋ ਇਸ ਲੋਕਾਂ ਲੋਕਾਂ ਵਿੱਚ ਸਭ ਦਾ ਉਹਦਾ ਆਸਣ ਹੈ, ਉਸ ਭੰਡਾਰਾ ਦੇਣ ਵਾਲੇ ਵਾਹਿਗੁਰੂ ਜੀ ਦਾ। ਜੋ ਕਿਛ ਪਾਇਆ ਸੋ ਏਕਾ ਵਾਰ। ਤੇ ਸਾਰੇ ਜੀਵਾਂ ਨੇ ਉਸ ਵਾਹਿਗੁਰੂ ਦੇ ਭੰਡਾਰੇ ਵਿੱਚੋਂ ਜੋ ਕੁਝ ਵੀ ਪਾਉਣਾ ਹੈ ਉਹ ਇੱਕੋ ਵਾਰੀ ਪਾ ਲਿਆ ਹੈ। ਭਾਵ ਵਾਹਿਗੁਰੂ ਜੀ ਨੇ ਸੋ ਮੱਥੇ ਤੇ ਇੱਕੋ ਵਾਰ ਲੇਖ ਲਿਖ ਕਰਕੇ ਦੁਨੀਆ ਵਿੱਚ ਭੇਜ ਦਿੱਤਾ ਹੈ ਜੀਵ ਦੇ ਤਾਈਂ। ਕਰ ਕਰ ਵੇਖੈ ਸਿਰਜਣਹਾਰ। ਉਹ ਸਿਰਜਣਹਾਰ ਹੈ, ਸਿਰਜਣਾ ਕਰਨੀ, ਰਚਨਾ ਕਰਨੀ, ਸਭ ਸੰਸਾਰ ਦੀ ਰਚਨਾ ਕਰਨ ਵਾਲਾ ਹੈ। ਤੇ ਉਹ ਕਰ ਕਰਕੇ ਸੰਸਾਰ ਨੂੰ ਪੈਦਾ ਕਰਦਾ, ਪਾਲਣਾ ਕਰਦਾ, ਲੈਤਾ ਕਰਕੇ ਵੇਖਦਾ, ਸੰਭਾਲਦਾ ਹੈ। ਨਾਨਕ ਸੱਚੇ ਕੀ ਸਾਚੀ ਕਾਰ। ਹਜੂਰ ਕਹਿੰਦੇ ਉਸ ਸੱਚੇ ਮਾਲਕ ਵਾਹਿਗੁਰੂ ਪਰਮੇਸ਼ਵਰ ਦੀ ਕਾਰ ਜੋ ਕੰਮ ਹੈ ਸੱਚਾ ਹੈ। ਉਹ ਸੱਚਾ ਵਾਹਿਗੁਰੂ ਆਪਣਾ ਕਾਰ ਆਪ ਕਰਦਾ ਹੈ। ਆਦੇਸ ਤਿਸੈ ਆਦੇਸ। ਇਸ ਲਈ ਗੋਰਖਨਾਥ ਜੀ ਆਦੇਸ਼ ਅਸੀਂ ਉਸ ਅਕਾਲ ਪੁਰਖ ਜੀ ਨੂੰ ਕਰਦੇ ਹਾਂ। ਆਦ ਅਨੀਲ ਅਨਾਦ ਅਨਾਹਤ। ਜੋ ਸਭ ਦਾ ਆਦ ਹੈ, ਜੋ ਇਸ ਪ੍ਰਕਾਰ ਅਣਗਿਣਤ ਹੈ, ਬੇਅੰਤ ਹੈ, ਜਿਹਦਾ ਆਪਣਾ ਆਦ ਕੋਈ ਨਹੀਂ ਹੈ, ਨਾਸ ਤੋਂ ਰਹਿਤ ਜੋ ਵਾਹਿਗੁਰੂ ਜੀ ਹੈ। ਜੁਗ ਜੁਗ ਏਕੋ ਵੇਸ। ਜੁਗਾਂ ਜੁਗਾਂ ਵਿੱਚ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਇੱਕੋ ਇੱਕ ਵੇਸ ਹੈ। ਉਹ ਸਦਾ ਇੱਕੋ ਹੀ ਰੂਪ ਵਿੱਚ ਰਹਿੰਦਾ ਹੈ। ਚਉਪਈ
ਗੁਰ ਕੇ ਬਚਨ ਸੁਨੇ ਗੋਰਖ ਜਬ। ਜਦੋਂ ਗੁਰੂ ਸਾਹਿਬ ਦੇ ਬਚਨਾਂ ਨੂੰ ਇਉਂ ਗੋਰਖਨਾਥ ਨੇ ਸੁਣਿਆ, ਜਦੋਂ ਸਤਿਗੁਰੂ ਨੇ ਇਹ ਧੁਰ ਕੀ ਬਾਣੀ ਦੇ ਬਚਨ ਸੁਣਾਏ ਹਨ ਪੁਨ ਬੂਝਨ ਹਿਤ ਬੋਲਤ ਭਾ ਤਬ। ਤਾਂ ਫਿਰ ਪੁੱਛਣ ਵਾਸਤੇ ਗੁਰੂ ਸਾਹਿਬ ਨੂੰ ਇਉਂ ਕਹਿਣ ਲੱਗਾ ਹੈ, ਕਿਉਂ ਕਰ ਤੁਮ ਇਹ ਠਾ ਚਲ ਆਏ। ਕਹਿੰਦਾ ਮਹਾਰਾਜ, ਜੇ ਸਭ ਕੁਝ ਬਣਿਆ ਬਣਾਇਆ ਤੁਸੀਂ ਇੱਥੇ ਫਿਰ ਚੱਲ ਕੇ ਸਾਡੇ ਕੋਲ ਕਿਉਂ ਆਏ ਹੋ? ਇੱਥੇ ਕਿਉਂ ਤੁਸੀਂ ਮਾ ਸਮੇਰ ਪਰ ਪਹਾੜਾਂ ਤੇ ਕਿਉਂ ਆਏ ਤੁਸੀਂ? ਕੌਣ ਮਨੋਰਥ ਦੇਹੋ ਬਤਾਏ। ਇੱਥੇ ਆਉਣ ਦਾ ਤੁਹਾਡਾ ਮਨੋਰਥ ਕੀ ਹੈ? ਕਿਸ ਕਾਰਜ ਵਾਸਤੇ ਤੁਸੀਂ ਆਏ ਹੋ? ਸੋ ਮੈਂ ਕਰੂੰ ਸੰਪੂਰਨ ਤੁਮਰੋ। ਇਸ ਵਾਸਤੇ ਜੋ ਵੀ ਇਸ ਪ੍ਰਕਾਰ ਸੋ ਤੁਸੀਂ ਕਹਿੰਦੇ ਹੋ ਮੈਂ ਤੁਹਾਡਾ ਕੰਮ ਪੂਰਾ ਕਰਦਾ ਹਾਂ। ਸਾਚ ਬਚਨੇਹ ਮਾਨੋ ਹਮਰੋ। ਜੋ ਗੋਰਖਨਾਥ ਕਹਿੰਦਾ ਗੁਰੂ ਨਾਨਕ ਸਾਹਿਬ, ਜੋ ਵੀ ਤੁਹਾਡਾ ਕੰਮ ਆ ਮੈਨੂੰ ਦੱਸੋ, ਮੈਂ ਤੁਹਾਡਾ ਪੂਰਾ ਕਰਦਾ ਹਾਂ। ਸ੍ਰੀ ਗੁਰ ਕਹੈ ਮਨੋਰਥ ਮੇਰੇ। ਹਜੂਰ ਕਹਿੰਦੇ ਨੇ ਇਹ ਸਾਡੇ ਜਿੰਨੇ ਮਨ ਦੇ ਮਨੋਰਥ ਹਨ, ਜੋ ਅਸੀਂ ਚਾਹੁੰਦੇ ਹਾਂ, ਸਤਿਗੁਰ ਪੂਰੇ ਹੈ ਇੱਕ ਬੇਰੇ। ਸਾਡੇ ਗੁਰੂ ਨੇ ਇੱਕੋ ਵਾਰ ਹੀ ਸਾਡੇ ਮਨੋਰਥ ਸਾਰੇ ਪੂਰੇ ਕਰ ਦਿੱਤੇ ਹਨ। ਕੋਈ ਮਨੋਰਥ ਹੈ ਹੀ ਨਹੀਂ ਤੇਰੇ ਕੋਲ ਪੂਰਾ ਜਿਹੜਾ ਕਰਾਈਏ ਅਸੀਂ। ਤੀਖਿਆ ਲੀਜੇ ਜੇ ਤੁਮ ਚਾਹੀ। ਬਾਕੀ ਗੱਲ ਨਹੀਂ, ਤੂੰ ਬਾਰ-ਬਾਰ ਕਹਿਣਾ ਵੀ ਤੁਸੀਂ ਜੋਗੀ ਬਣ ਜਾਓ ਤੇ ਮੇਰੇ ਕੋਲੋਂ ਮੰਤਰ ਲੈ ਲਓ। ਮਹਾਰਾਜ ਕਹਿੰਦੇ ਜੇ ਤੈਨੂੰ ਲੋੜ ਆ ਤੇ ਸਾਡੇ ਕੋਲੋਂ ਲੈ ਲੈ, ਅਸੀਂ ਤੈਨੂੰ ਨਾਮ ਰੱਬ ਦਾ ਦਿੰਨੇ, ਤੈਨੂੰ ਨਾਮ ਦੀਖਿਆ ਮੰਤਰ ਦਿੰਦੇ ਹਾਂ। ਪੂਰੋਂ ਮੈਂ ਚਿਤਵੋ ਮਨ ਮਾਹੀ। ਤੋ ਇਸ ਪ੍ਰਕਾਰ ਤੂੰ ਮਨ ਵਿੱਚ ਚਿਤਵ ਲੈ ਤੇ ਅਸੀਂ ਤੇਰੀ ਮਨਸ਼ਾ ਪੂਰੀ ਕਰਦੇ। ਤੂੰ ਸਾਡੀ ਕੀ ਕਰਨੀ ਹੈ? ਅਸੀਂ ਤੇਰੀ ਮਨਸ਼ਾ ਪੂਰੀ ਕਰਦੇ ਹਾਂ ਜੋ ਤੂੰ ਚਾਹੁੰਦਾ ਹੈ। ਜੇ ਮੰਗੋ ਹਮ ਢਿੱਗ ਕਰਤਾਰਾ। ਜੇਕਰ ਕਹਿੰਦੇ ਸਾਡੇ ਕੋਲ ਕੁਝ ਮੰਗਦਾ ਹੈ ਤਾਂ ਇਸ ਪ੍ਰਕਾਰ ਜੋ ਕਰਤਾਰ ਮਾਲਕ ਵਾਹਿਗੁਰੂ ਪਰਮੇਸ਼ਵਰ ਹੈ, ਸੋ ਕਹਿੰਦੇ ਉਹਦੇ ਕੋਲੋਂ ਅਸੀਂ ਤੈਨੂੰ ਦਵਾ ਦਿੰਨੇ ਆ। ਇਹ ਗੋਰਖਨਾਥ, ਜੇ ਤੈਨੂੰ ਕੋਈ ਲੋੜ ਹੈ ਨਾ, ਤੂੰ ਤਾਂ ਕਹਿੰਦਾ ਮੇਰੇ ਕੋਲ ਲਓ, ਪਰ ਕਹਿੰਦੇ ਜੇ ਤੈਨੂੰ ਕੋਈ ਜ਼ਰੂਰਤ ਹੈ ਤਾਂ ਅਸੀਂ ਵਾਹਿਗੁਰੂ ਪਰਮੇਸ਼ਰ ਕਰਤਾਰ ਦੇ ਪਾਸੋਂ ਤੈਨੂੰ ਦਵਾ ਦਿੰਨੇ ਆ। ਤੂੰ ਦੱਸ ਸਾਨੂੰ, ਅਸੀਂ ਤੈਨੂੰ ਦਵਾਉਂਦੇ ਹਾਂ। ਤੁਝੇ ਦਵਾਮ ਹੈ ਕਰਹੁ ਉਚਾਰਾ। ਤੂੰ ਕਰੋ ਉਚਾਰ, ਕਹਿੰਦੇ ਤੂੰ ਇੱਕ ਵਾਰ ਉਚਾਰਨ ਕਰਕੇ ਸਾਨੂੰ ਦੱਸ ਤੇ ਤਾਂ ਵਾਹਿਗੁਰੂ ਦੇ ਪਾਸੋਂ ਤੈਨੂੰ ਦਵਾ ਦਈਏ। ਦੋਹਰਾ ਸੁਨ ਤੂਸਨ ਗੋਰਖ ਭਇਓ। ਜਿਸ ਵੇਲੇ ਧੰਨ ਗੁਰੂ ਸਾਹਿਬ ਨੇ ਉਹ ਵਚਨ ਕੀਤਾ, ਹੁਣ ਗੋਰਖ ਦੇ ਕੋਲ ਕੋਈ ਗੱਲ ਨਹੀਂ ਰਹਿ ਗਈ ਕਰਨ, ਚੁੱਪ ਕਰ ਗਿਆ। ਬੋਲਿਓ ਬਚਨ ਨਾ ਕੋਏ। ਕੋਈ ਬਚਨ ਨਹੀਂ ਫਿਰ ਗੁਰੂ ਸਾਹਿਬ ਨੇ ਕੀਤਾ, ਚੁੱਪ ਹੋ ਗਿਆ ਹੈ। ਹਿਰਦੇ ਮਨੋਰਥ ਮਿਟ ਗਇਓ। ਜੋ ਮਨ ਦਾ ਮਨੋਰਥ ਸੀ ਇਹਦਾ ਦੂਰ ਹੋ ਗਿਆ। ਮਨੋਰਥ ਇਹਦਾ ਕੀ ਸੀ? ਸਿੱਧੀ ਮਨੇ ਵਿਚਾਰਿਆ ਕਿ ਵੈ ਦਰਸ਼ਨ ਇਹ ਲੈਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜੀਆਲਾ। ਇਹਨਾਂ ਦੇ ਮਨ ਦੇ ਵਿੱਚ ਇਹ ਲਾਲਚ ਸੀ ਕਿ ਜੇ ਗੁਰੂ ਨਾਨਕ ਸਾਹਿਬ ਜੀ ਸਾਡੇ ਚੇਲੇ ਬਣ ਜਾਣ, ਜੋਗੀ ਬਣ ਜਾਣ, ਤੇ ਲੋਕਾਂ ਦੇ ਵਿੱਚ ਸਾਡਾ ਬਹੁਤ ਭਾਰੀ ਜਸ ਫੈਲਾ ਦੇਣਗੇ। ਇਸ ਵਾਸਤੇ ਇਹਦਾ ਮਨੋਰਥ ਜਿਹੜਾ ਸੀ, ਜਦੋਂ ਗੁਰੂ ਸਾਹਿਬ ਨੇ ਤਸੱਲੀ ਕਰਾ ਦਿੱਤੀ ਵੀ ਤੈਨੂੰ ਕੋਈ ਲੋੜ ਆ ਤੇ ਸਾਡੇ ਕੋਲ ਲੈ ਲਾ, ਤਾਂ ਇਹਦਾ ਮਨੋਰਥ ਜਿਹੜਾ ਸੀ ਉਹ ਤਾਂ ਪੂਰਾ ਹੋ ਗਿਆ ਵੀ ਗੁਰੂ ਸਾਹਿਬ ਚੇਲੇ ਨਹੀਂ ਬਣਦੇ ਸਾਡੇ। ਹਿਰਦੇ ਮਨੋਰਥ ਮਿਟ ਗਇਓ। ਮਿਟ ਗਿਆ ਇਹਦੇ ਮਨ ਦਾ ਮਨੋਰਥ ਜੋ ਸੀ। ਜਲ ਤਰੰਗ ਜਿਉ ਸੋਏ। ਜਿਸ ਤਰ੍ਹਾਂ ਪਾਣੀ ਵਿੱਚ ਲਹਿਰ ਉੱਠਦੀ ਹੈ ਤੇ ਪਾਣੀ 'ਚ ਸਮਾ ਜਾਂਦੀ ਹੈ, ਇਹਦੇ ਮਨ ਦੇ ਭਾਵ ਮਨ ਵਿੱਚ ਲੀਨ ਹੋ ਗਏ, ਸਮਾ ਗਏ, ਕੋਈ ਸਰਿਆ ਨਾ ਇਸ ਦਾ। ਚੌਪਈ ਬਾਣੀ ਮੰਗਲ ਨਾਥ ਅਲਾਈ। ਤੇ ਮੰਗਲ ਨਾਥ ਸੀ ਬੈਠਾ ਹੈ, ਇਹ ਗੁਰਮੁਖ ਸਿੱਧ ਹੈ, ਇਸ ਨੇ ਫਿਰ ਬਾਣੀ 'ਚ ਬਚਨ ਕੀਤਾ ਹੈ। ਗੋਰਖਨਾਥ ਸੁਨਹੁ ਸਿੱਧ ਰਾਈ। ਸਿੱਧਾਂ ਦੇ ਰਾਜਾ ਰੂਪ ਸ਼੍ਰੋਮਣੀ ਗੋਰਖਨਾਥ ਜੀ, ਸੁਣੋ ਮੇਰੀ ਗੱਲ। ਨਾਨਕ ਕੋ ਦੀਨੋ ਉਪਦੇਸਾ। ਦੇ ਲਿਆ ਨਾ ਗੁਰੂ ਨਾਨਕ ਨੂੰ ਉਪਦੇਸ਼। ਕਹਿੰਦਾ ਸੀ ਗੁਰੂ ਨਾਨਕ ਨੂੰ ਚੇਲਾ ਬਣਾਉ ਮੈਂ ਦੇਖੀ ਖਾਂ। ਕਹਿੰਦੇ ਦੇ ਲਿਆ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੂੰ। ਤੁਮਰੋ ਭਲੋ ਲਿਓ ਹੈ ਬੇਸਾ। ਤੇਰਾ ਬੜਾ ਸੋਹਣਾ ਭੇਖ ਲੈ ਲਿਆ ਗੁਰੂ ਨਾਨਕ ਨੇ, ਬਣਾ ਲਿਆ ਜੋਗੀ ਮਹਾਰਾਜ ਨੂੰ। ਇਹਨੇ ਮਿੱਠੀ ਜਿਹੀ ਤਰਕ ਕੀਤੀ ਕੋਲੋਂ ਬੈਠ ਕੇ। ਗੋਰਖ ਭਾਖੇ ਪਰਖੋਂ ਤਾਹੀ। ਤੇ ਗੋਰਖ ਹੁਣ ਕਰ ਸਕੇ। ਕਹਿੰਦਾ ਵੀ ਦੇਖ ਮੰਗਲਨਾਥ, ਅਜੇ ਵੀ ਮੈਂ ਪਰਖ ਕਰਾਂਗਾ ਗੁਰੂ ਨਾਨਕ ਸਾਹਿਬ ਦੀ। ਘਟ ਸ਼ੂਸ਼ਾ ਕੇ ਪੂਰੋ ਆਹੀ। ਇਹ ਮਹਾਰਾਜ ਦਾ ਹਿਰਦਾ ਭਰਿਆ ਹੋਇਆ ਪੂਰਾ ਕਿ ਜਾਂ ਅਜੇ ਕੁਝ ਖਾਲੀ ਹੈ? ਅਜੇ ਕਹਿੰਦਾ ਮੈਂ ਪਰਖ ਕਰੂੰਗਾ। ਤੁਮਰੋ ਸਤ ਬਚਨ ਮੈਂ ਜਾਣਾ। ਪਰ ਜੋ ਕੁਛ ਤੂੰ ਬਚਨ ਕਿਹਾ ਮੈਨੂੰ, ਮੈਂ ਸੱਚ ਕਰਕੇ ਜਾਣ ਲਿਆ ਹੈ। ਜਸ ਉਚਰਿਓ ਤੈਸਾ ਪਹਿਚਾਨਾ। ਜਿਹੋ ਜਿਹਾ ਤੂੰ ਕਿਹਾ ਸੀ ਉਚਾਰਨ ਕਰਕੇ, ਮੈਂ ਪਛਾਣ ਲਿਆ ਗੁਰੂ ਨਾਨਕ ਉਹੋ ਜਿਹੇ ਹਨ, ਪੂਰਨ ਹਨ। ਪੂਰਨ ਪੁਰਖ ਗਿਆਨ ਘਨ ਰੂਪਾ। ਗਿਆਨ ਦੇ ਬਦਲ ਰੂਪ ਹਨ, ਮਹਾਨ ਹਨ ਗਿਆਨ ਦੇ ਵਿੱਚ। ਸੋ ਇਸ ਪ੍ਰਕਾਰ ਮੇਰੇ ਸਤਿਗੁਰੂ ਪਰਮੇਸ਼ਵਰ ਦਾ ਰੂਪ ਹਨ। ਰਹਿਤ ਕਹਿਤ ਕੇ ਸਹਿਤ ਅਨੂਪਾ। ਤੇ ਉਪਮਾ ਤੋਂ ਰਹਿਤ ਗੱਲ ਇਹ ਹੈ ਵੀ ਕਹਿਣੀ ਤੇ ਰਹਿਣੀ ਦੇ ਪੂਰੇ ਹਨ। ਜੋ ਕਹਿੰਦੇ ਨੇ ਉਹਦੇ ਵਿੱਚ ਰਹਿੰਦੇ ਵੀ ਹਨ। ਇਸ ਵਾਸਤੇ ਅੰਦਰੋਂ ਬਾਹਰੋਂ ਇੱਕੋ ਹੀ, ਜਿਹਨੂੰ ਕਹਿੰਦਾ
ਕਰਨੀ ਤੇ ਕਥਨੀ ਦੇ ਪੂਰੇ ਹਨ ਸਤਿਗੁਰੂ ਸ੍ਰੀ ਜੀ। ਨਾਨਕ ਚਰਚਾ ਕਰ ਐਸੇ, ਇਉਂ ਧੰਨ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਨਾਲ ਚਰਚਾ ਵਿਚਾਰਾਂ ਕੀਤੀਆਂ ਹਨ। ਕੇਤਕ ਕਾਲ ਰਹੇ ਤਹ ਬੈਸੇ, ਕੁਝ ਸਮਾਂ ਫਿਰ ਇਸ ਸਿੱਧ ਮੰਡਲੀ 'ਚ ਬੈਠੇ ਰਹੇ ਮੇਰੇ ਸਤਿਗੁਰੂ ਪਾਤਸ਼ਾਹ ਜੀ। ਦੋਹਰਾ ਮਰਦਾਨਾ ਬੂਝਤ ਭਇਓ, ਮਰਦਾਨੇ ਨੇ ਫਿਰ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ, ਅਗਰਜ ਚਲੋ ਕੇ ਨਾਹੀ, ਗਰੀਬ ਨਵਾਜ ਸੋ ਕਿਰਪਾ ਕਰਕੇ ਦੱਸੋ ਵੀ ਇੱਥੋਂ ਹੁਣ ਅੱਗੇ ਵੀ ਚਲੋਗੇ ਕਿ ਨਹੀਂ। ਆਨ ਸਥਾਨ ਬਲੋਕੀਏ, ਹੋਰ ਵੀ ਥਾਵਾਂ ਦੇ ਦਰਸ਼ਨ ਕਰੋ ਮਹਾਰਾਜ। ਜੇ ਰਾਵਰ ਉਰ ਚਾਹੇ, ਜੇ ਤੁਹਾਡੇ ਮਨ ਦੀ ਇੱਛਾ ਹੈ ਤਾਂ ਮਹਾਰਾਜ ਅੱਗੇ ਵੀ ਚਲੀਏ। ਚੌਪਈ ਸੁਨੀਏ ਸ੍ਰੀ ਅੰਗਦ ਗਤ ਦਾਈ, ਏ ਗੁਰੂ ਅੰਗਦ ਦੇ ਸਭ ਮੁਕਤੀ ਦੇ ਦਾਤਾ ਸਤਿਗੁਰੂ ਸਰਵਣ ਕਰੋ। ਭਾਈ ਬਾਲਾ ਜੀ ਕਹਿੰਦੇ ਹਨ, ਸੁਨ ਗੁਰ ਮੁਝ ਸੋ ਗਿਰਾ ਅਲਾਈ, ਸੁਣ ਕਰਕੇ ਗੁਰੂ ਸਾਹਿਬ ਨੇ ਕਹਿੰਦੇ ਫਿਰ ਮੇਰੇ ਤਾਂ ਹੀ ਪੁੱਛਿਆ, ਤੁਮਰੇ ਮਨ ਮਹਿ ਕਿਤ ਬਿਦ ਬਾਲਾ, ਭਾਈ ਬਾਲਾ ਜੀ ਤੁਹਾਡੇ ਮਨ ਦੀ ਕੀ ਇੱਛਾ ਹੈ ਸਾਨੂੰ ਦੱਸੋ। ਮੈਂ ਤਬ ਬੋਲਿਓ ਪ੍ਰਭੂ ਕਿਰਪਾਲਾ, ਕਹਿੰਦੇ ਫਿਰ ਮੈਂ ਬੋਲਿਆ ਕਿ ਹੈ ਇਹ ਕਿਰਪਾਲੂ, ਕਿਰਪਾ ਦੇ ਘਰ ਸਤਿਗੁਰੂ ਪਿਤਾ ਜੀ। ਹਉ ਰਾਵਰ ਕੇ ਨਿਤ ਅਨੁਸਾਰੀ, ਮਹਾਰਾਜ ਮੈਂ ਤਾਂ ਅਸੀਂ ਤਾਂ ਤੁਹਾਡੇ ਅਨੁਸਾਰੀ ਆ, ਜਿਵੇਂ ਆਪ ਜੀ ਦਾ ਹੁਕਮ ਹੈ ਉਵੇਂ ਹੀ ਕਰਾਂਗੇ। ਜਿਉ ਉਰ ਮਹਿ ਤਿਉ ਕੀਜੈ ਕਾਰੀ, ਜਿਵੇਂ ਮਹਾਰਾਜ ਆਪ ਜੀ ਦੇ ਮਨ ਵਿੱਚ ਹੈ ਉਵੇਂ ਕਾਰਜ ਕਰੋ ਪਾਤਸ਼ਾਹ। ਅਸ ਬਿਦ ਕਰਤ ਪਰਸ ਪਰ ਬੈਨਾ, ਇਉਂ ਆਪੋ ਵਿੱਚ ਇਸ ਤਰੀਕੇ ਨਾਲ ਬਚਨ ਬਿਲਾਸ ਕੀਤੇ ਸਤਿਗੁਰਾਂ ਨੇ। ਬੈਸੇ ਤਹਿਵਾ ਪੰਕਜ ਨੈਨਾ, ਕਮਲ ਸਰੀਖੇ ਨੇਤਰਾਂ ਵਾਲੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਹੁਣ ਸਿੱਧ ਮੰਡੀ ਦੇ ਕੋਲ ਬੈਠੇ ਹਨ। ਪ੍ਰਾਨਨਾਥ ਜੋਗੀ ਤਬ ਆਇਓ, ਇੱਕ ਜੋਗੀ ਇਹਨਾਂ ਦਾ ਹੈ ਭਾਈ ਪ੍ਰਾਨਨਾਥ ਉਹਦਾ ਨਾਮ ਹੈ। ਇਹ ਆਇਆ ਗੁਰੂ ਸਾਹਿਬਾਂ ਕੋਲ, ਬੈਠ ਸਮੀਪ ਆਦੇਸ਼ ਅਲਾਇਓ, ਆਣ ਕੇ ਕੋਲ ਬੈਠ ਕੇ ਆਦੇਸ਼ ਨਮਸਕਾਰ ਕੀਤੀ ਮਹਾਰਾਜ ਨੂੰ। ਅਸਨ ਬਸਨ ਲੀਜੇ ਜੋ ਚਾਹੀ, ਤੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਜੋ ਤੁਹਾਨੂੰ ਕੋਈ ਭੋਜਨ ਚਾਹੀਦਾ ਹੈ, ਕੋਈ ਵਸਤਰ ਚਾਹੀਦਾ ਸਾਡੇ ਕੋਲ ਲੈ ਲਓ ਜੀ। ਸੁਦਾ ਨਾ ਵਿਆਪੈ ਕਬ ਤਨ ਮਾਹੀ, ਤੁਹਾਨੂੰ ਕਦੇ ਵੀ ਭੁੱਖ ਨਾ ਲੱਗੇਗੀ ਮਹਾਰਾਜ, ਇਹੋ ਜੀ ਕਿਰਪਾ ਕਰਾਂਗੇ ਅਸੀਂ। ਦੋਹਰਾ ਨੰਗੇ ਕਬੇ ਨ ਹੋਵਈ, ਨਾ ਹੀ ਕਦੇ ਨੰਗੇ ਹੋਵੋਗੇ ਜੀ। ਪਹਿਰ ਦਕੂਲ ਅਮੋਲ, ਬੜੇ ਅਮੋਲਕ ਕਹਿੰਦੇ ਵਸਤਰ ਤੁਸੀਂ ਪਹਿਨੋਗੇ। ਅਸ ਬਿਦ ਸੁਨ ਕੇ ਬੈਨ ਤਿਹੀ, ਇਸ ਤਰ੍ਹਾਂ ਦੇ ਉਸ ਦੇ ਬਚਨ ਸੁਣ ਕਰਕੇ ਬੋਲੇ ਅਚਲ ਅਤੋਲ, ਮੇਰੇ ਸਤਿਗੁਰ ਤੋਲਣ ਤੋਂ ਰਹਿਤ, ਚੱਲਣ ਤੋਂ ਰਹਿਤ, ਸਦਾ ਥਿਰ ਰਹਿਣ ਵਾਲੇ ਮੇਰੇ ਸਤਿਗੁਰੂ ਜੀ ਇਉਂ ਬੋਲੇ। ਚੌਪਈ ਨੀਕੋ ਕੀਨ ਸੰਤੋਖੰ ਅਸਨਾ, ਮਹਾਰਾਜ ਕਹਿੰਦੇ ਅਸੀਂ ਇਹੋ ਜਿਹਾ ਭੋਜਨ ਕੀਤਾ ਹੋਇਆ ਨਾ ਕਦੇ ਭੁੱਖ ਲੱਗਦੀ ਨਹੀਂ, ਸੰਤੋਖ ਦਾ ਹੀ ਅਸੀਂ ਭੋਜਨ ਛਕਿਆ ਹੋਇਆ ਹੈ। ਰੂਰੋ ਸਾਧ ਨਾਮ ਜਪ ਰਸਨਾ, ਰਸਨਾ ਦੇ ਨਾਲ ਨਾਮ ਦਾ ਸਿਮਰਨ ਕਰਦੇ ਹਾਂ, ਬਹੁਤ ਹੀ ਸੋਹਣਾ ਸਵਾਦ ਹੈ। ਨਾਮ ਦਾ ਸਿਮਰਨ ਜੋ ਕਰਨਾ ਰਸਨਾ ਦੇ ਨਾਲ ਬੜਾ ਸੁੰਦਰ ਸਵਾਦ ਹੈ। ਕਹਿੰਦੇ ਨੇ ਸਾਨੂੰ ਨਹੀਂ ਭੁੱਖ ਲੱਗਦੀ ਕਿਸੇ ਪਦਾਰਥ ਦੀ। ਬਸਨ ਜੇ ਭਾਉ ਭਗਤ ਕੇ ਲੀਨੇ, ਜਿਹੜੀ ਪ੍ਰੇਮਾ ਭਗਤੀ ਹੈ ਨਾ ਕਰ ਅਸੀਂ ਪਰਮੇਸ਼ਵਰ ਦੀ, ਇਹੋ ਹੀ ਸਾਡਾ ਬਸਤਰ ਹੈ। ਇਹ ਅਸੀਂ ਪ੍ਰੇਮਾ ਭਗਤੀ ਦਾ ਬਸਤਰ ਧਾਰਨ ਕੀਤਾ ਹੋਇਆ ਹੈ। ਨਹੀਂ ਪੁਰਾਤਨ ਨੀਤ ਨਵੀਨੇ, ਇਹ ਕਦੇ ਪੁਰਾਣਾ ਹੁੰਦਾ ਹੀ ਨਹੀਂ, ਇਹ ਨਿਤ ਨਵਾਂ ਹੀ ਹੈ। ਸੋ ਇਸ ਪ੍ਰਕਾਰ ਇਹ ਜਿਹੜਾ ਸਾਡਾ ਬਸਤਰ ਹੈ ਨਾ, ਇਸ ਪ੍ਰਕਾਰ ਪ੍ਰੇਮਾ ਭਗਤੀ ਦਾ ਇਹ ਨਿਤ ਨਵਾਂ ਹੈ। ਪ੍ਰੇਮ ਨਾਲ ਗੁਰੂ ਦੀ ਸੇਵਾ ਕਰੋ, ਪ੍ਰੇਮ ਦੇ ਨਾਲ ਸਿਮਰਨ ਕਰੋ, ਨਿਤ ਨਵਾਂ ਆਨੰਦ ਮਿਲਦਾ ਹੈ। ਅਤ ਸੁੰਦਰ ਸੋਭਾ ਜੁਗ ਲੋਕਾ, ਤੇ ਦੋਨਾਂ ਲੋਕਾਂ ਦੇ ਵਿੱਚ ਬਹੁਤ ਹੀ ਚੰਗੀ ਸੋਭਾ ਬਣਦੀ ਹੈ। ਭੂਖ ਨਗਨ ਤੇ ਸਦਾ ਅਸੋਕਾ, ਤੇ ਫਿਰ ਅਸੀਂ ਨੰਗੇ ਰਹਿਣ ਤੋਂ, ਭੁੱਖੇ ਰਹਿਣ ਆਦਿਕ ਤੋਂ ਸਦਾ ਹੀ ਅਸ਼ੋਕ, ਚਿੰਤਾ ਤੋਂ ਰੱਦ, ਬੇਫਿਕਰ ਹਾਂ ਅਸੀਂ, ਨਾ ਕਦੇ ਭੁੱਖ ਨਾ ਕਦੇ ਪਿਆਸ, ਕੋਈ ਗੱਲ ਨਹੀਂ ਹੈ। ਪ੍ਰਾਨਨਾਥ ਸੁਨ ਪ੍ਰੇਮ ਉਮੰਗਾ, ਗੁਰੂ ਸਾਹਿਬ ਦੇ ਇਉਂ ਬਚਨ ਸੁਣ ਕੇ ਨਾ ਪ੍ਰਾਨਨਾਥ ਜਿਹੜਾ ਸੀ ਨਾ ਬੜਾ ਉਤਸ਼ਾਹਿਤ ਹੋਇਆ, ਪ੍ਰੇਮ ਜਾਗਿਆ ਮਨ ਵਿੱਚ। ਉਦਤਿਓ ਚਰਨ ਗਹਿਨ ਹਿਤ ਸੰਗਾ, ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਚਰਨ ਪਕੜਨ ਵਾਸਤੇ ਇਹ ਜਿਸਲੇ ਉੱਠਿਆ ਹੈ, ਉਛਲਿਆ ਹੈ। ਸ੍ਰੀ ਨਾਨਕ ਬਹੁ ਭਾਉ ਜੇ ਦੇਖਾ, ਸਾਹਿਬ ਗੁਰੂ ਨਾਨਕ ਸਾਹਿਬ ਨੇ ਪ੍ਰਾਨਨਾਥ ਜੋਗੀ ਦਾ ਪ੍ਰੇਮ ਦੇਖਿਆ ਜਦੋਂ, ਤਿਹ ਕੋ ਆਦਰ ਕੀਨ ਬਸੇਖਾ, ਤੇ ਬੜਾ ਸਤਿਕਾਰ ਕੀਤਾ ਸਤਿਗੁਰੂ ਸਾਹਿਬ ਜੀ ਨੇ। ਪਗ ਲੋ ਸਿਰ ਨਹਿ ਜਾਵਨ ਦੀਨੋ, ਤੋਂ ਗੁਰੂ ਸਾਹਿਬ ਨੇ ਆਪਣੇ ਚਰਨਾਂ ਤੱਕ ਇਹਦਾ ਸੀਸ ਵਿੱਚ ਜਾਣ ਨਹੀਂ ਦਿੱਤਾ, ਸਤਿਕਾਰ ਕੀਤਾ ਹਜੂਰ ਨੇ। ਕਰ ਮੈਂ ਲੈ ਅੰਕ ਭਰ ਲੀਨੋ, ਹਜੂਰ ਨੇ ਹੱਥਾਂ ਤੇ ਇਹਦਾ ਸੀਸ ਲੈ ਕਰਕੇ ਗਲਵੱਕੜੀ ਵਿੱਚ ਲੈ ਲਿਆ ਹੈ,
ਸਤਿਕਾਰ ਕੀਤਾ ਇਹਦੇ ਪ੍ਰੇਮ ਦਾ। ਦੋਹਰਾ ਮਿਲੇ ਪਰਸ ਪਰ ਹਰਖ ਕਰ। ਬੜੇ ਖੁਸ਼ ਹੋ ਕਰਕੇ ਮਿਲੇ ਸਤਿਗੁਰੂ ਜੀ ਪ੍ਰਾਣਨਾਥ ਜੋਗੀ ਨੂੰ। ਪ੍ਰਾਨਨਾਥ ਕਹਿ ਬੈਨ। ਤੇ ਪ੍ਰਾਣਨਾਥ ਹੁਣ ਕੀ ਕਹਿੰਦਾ ਹੈ, ਗੁਰੂ ਦਾ ਪਿਆਰ ਤੱਕ ਕੇ ਬੇਨਤੀ ਕਰਦਾ ਹੈ। ਭਇਓ ਨਿਰੰਜਨ ਕੋ ਦਰਸ ਹਮਹਿ। ਮਹਾਰਾਜ ਸਾਡਾ ਜਿਹੜਾ ਇਸ਼ਟ ਹੈ ਅਸੀਂ ਉਸ ਨੂੰ ਨਿਰੰਜਨ ਕਹਿੰਦੇ ਆ, ਰੱਬ ਨੂੰ। ਤੇ ਮਹਾਰਾਜ ਅੱਜ ਮੈਨੂੰ ਨਿਰੰਜਨ ਦਾ, ਮੇਰੇ ਇਸ਼ਟ ਦੇਵ ਦਾ, ਮੇਰੇ ਪਰਮੇਸ਼ਵਰ ਰੂਪ ਦਾ ਆਪ ਹੀ ਮੇਰੇ ਨਿਰੰਜਨ ਹੋ, ਮੈਨੂੰ ਦਰਸ਼ਨ ਹੋ ਗਿਆ ਆਪ ਜੀ ਦਾ। ਸਰਬ ਗੁਣ ਐਨ। ਜੋ ਆਪ ਜੀ ਸਾਰੇ ਗੁਣਾਂ ਦੇ ਖਜ਼ਾਨੇ ਹੋ। ਚਉਪਈ ਤੁਮ ਤੋ ਬਿਦਤ ਆਪ ਕਰਤਾਰਾ। ਮਹਾਰਾਜ ਮੈਂ ਤਾਂ ਦੇਖ ਲਿਆ, ਪ੍ਰਗਟ ਹੀ ਤੁਸੀਂ ਹੀ ਤਾਂ ਕਰਤਾਰ ਰੂਪ ਪਰਮੇਸ਼ਰ ਰੂਪ ਹੋ। ਕਲ ਨਰ ਤਾਰਨ ਕੋ ਤਨ ਧਾਰਾ। ਤੁਸਾਂ ਨੇ ਤਾਂ ਇਹ ਕਲਯੁਗ ਦੇ ਜੀਵਾਂ ਸੋ ਭਵਜਲ ਤੋਂ ਤਾਰਨ ਵਾਸਤੇ ਸਰੀਰ ਧਾਰਨ ਕੀਤਾ ਮਹਾਰਾਜ। ਜਿਨ ਤੁਮ ਕੋ ਨਹਿ ਐਸੇ ਜਾਨਾ। ਜਿਨ੍ਹਾਂ ਨੇ ਤੁਹਾਨੂੰ ਇਸ ਰੂਪ ਵਿੱਚ ਨਹੀਂ ਜਾਣਿਆ ਹੈ ਨਾ ਜੀ। ਸੋ ਜੋਗੀ ਨਹਿ ਅਤ ਅਗਿਆਨਾ। ਉਹ ਜੋਗੀ ਨਹੀਂ, ਵੱਡਾ ਹੀ ਅਗਿਆਨੀ ਆ ਜਿਹਨੇ ਤੁਹਾਨੂੰ ਪਰਮੇਸ਼ਰ ਕਰਕੇ ਜਾਣਿਆ ਨਹੀਂ ਹੈ। ਬੰਦੇ ਹਾਥ ਹਿਰਦੇ ਅਨਰਾਗਾ। ਉਹ ਕਹਿੰਦੇ ਨੇ ਦੋਵੇਂ ਹੱਥ ਜੋੜ ਕੇ ਬਹੁਤ ਹਿਰਦੇ 'ਚ ਪ੍ਰੇਮ ਜਾਗਿਆ ਇਸ ਦੇ। ਅਹੈ ਧਨ ਹਮਾਰੇ ਵੱਡ ਭਾਗਾ। ਤੇ ਕਹਿੰਦਾ ਹੈ ਮਹਾਰਾਜ ਧਨ ਨੇ ਅੱਜ ਸਾਡੇ ਵੱਡੇ ਭਾਗ ਹੋ ਗਏ ਹਨ। ਜੇ ਕਰ ਤੁਮਰਾ ਦਰਸ਼ਨ ਪਾਇਆ। ਜਿਹਦੇ ਸਦਕੇ ਤੁਹਾਡਾ ਦਰਸ਼ਨ ਬਖਸ਼ਿਸ਼ ਹੋਇਆ, ਮਿਲ ਗਿਆ ਸਾਨੂੰ ਮਹਾਰਾਜ। ਮੋਕੋ ਤਾਰਨ ਇਹ ਠਾਂ ਆਇਆ। ਮਹਾਰਾਜ ਬਸ ਮੈਂ ਤਾਂ ਸਮਝਦਾ ਪਰ ਮੈਨੂੰ ਹੀ ਤਾਰਨ ਵਾਸਤੇ ਤੁਸੀਂ ਇੱਥੇ ਆਏ। ਮਹਾਰਾਜ ਬੜੀ ਕਿਰਪਾ ਕੀਤੀ ਹੈ। ਮੈਂ ਜੋ ਕੀਨ ਜੋਗ ਚਿਰ ਕਾਲਾ। ਜਿਹੜਾ ਮਹਾਰਾਜ ਮੈਂ ਲੰਬੇ ਸਮੇਂ ਤੋਂ ਲੈ ਕਰਕੇ ਇਹ ਜੋ ਯੋਗ ਸਾਧਨਾ ਕੀਤੀ ਹੈ, ਕਮਾਈ ਕੀਤੀ ਹੈ, ਤਾਂ ਕੋ ਫਲ ਅਬ ਮਿਲਿਓ ਵਿਸਾਲਾ। ਮੈਨੂੰ ਵੱਡਾ ਭਾਰੀ ਉਸ ਦਾ ਅੱਜ ਫਲ ਮਿਲਿਆ। ਸਾਰੀ ਉਮਰ ਦਾ ਕਮਾਇਆ ਹੋਇਆ ਯੋਗ ਅੱਜ ਸਫਲ ਹੋਇਆ ਤੁਹਾਡੇ ਦਰਸ਼ਨ ਕਰਕੇ। ਸ੍ਰੀ ਗੁਰ ਕਹੈ ਧੰਨ ਤੁਮ ਜੋਗੀ। ਹਜੂਰ ਕਹਿੰਦੇ ਨੇ ਤੂੰ ਜੋਗੀ ਧਨ ਹੈ ਭਾਈ, ਸਾਰੇ ਜੋਗੀਆਂ ਤੂੰ ਵੀ ਧਨ ਹੈ। ਮਾਨ ਰੋਗ ਤੇ ਰਹਿਤ ਅਰੋਗੀ। ਤੂੰ ਅਰੋਗ ਹੈ ਕਿਉਂਕਿ ਤੈਨੂੰ ਮਾਣ ਦਾ ਹੰਕਾਰ ਦਾ ਰੋਗ ਨਹੀਂ ਹੈ, ਤੇਰੇ ਮਨ 'ਚ ਨਿਮਰਤਾ ਭਾਵਨਾ ਪ੍ਰੇਮ ਹੈ। ਦੋਹਰਾ ਦਇਆ ਨਿਰੰਜਨ ਤੋਹੇ ਪਰ ਹੈ। ਨਿਰੰਜਨ ਸੁਧ ਸਰੂਪ ਬ੍ਰਹਮ ਦੀ ਤੇਰੇ ਤੇ ਦਇਆ ਹੈ। ਸਭ ਤੇ ਅਦ ਕਾਏ। ਸਾਰਿਆਂ ਤੋਂ ਵੱਧ ਤੇਰੇ ਤੇ ਕਿਰਪਾ ਹੈ ਪ੍ਰਾਣਨਾਥ ਜੀ। ਕਹੇ ਸੁਨੇ ਇਵ ਬੈਨ ਜੁਗ। ਇਉਂ ਸਤਿਗੁਰੂ ਪਾਤਸ਼ਾਹ ਨਾਲ ਬਚਨ ਬਿਲਾਸ ਕੀਤੇ ਤੇ ਸੁਣੇ ਹਨ। ਮਿਲ ਕਰ ਭੇ ਹਰ ਖਾਏ। ਤੇ ਮਿਲ ਕਰਕੇ ਬਹੁਤ ਪ੍ਰਸੰਨ ਹੋਏ, ਖੁਸ਼ ਹੋਏ ਹਨ। ਚਉਪਈ ਮੰਗਲ ਬੂਝਤ ਭਾਤ ਹੈ ਸਾਥਾ। ਉਹ ਮੰਗਲਨਾਥ ਇਸ ਤਰੀਕੇ ਨਾਲ ਪੁੱਛਦਾ ਹੈ। ਕਸ ਸ੍ਰੀ ਨਾਨਕ ਪ੍ਰਾਨ ਨਾਥਾ। ਪ੍ਰਾਣਨਾਥ ਕਿਹੋ ਜਿਹੇ ਨੇ ਗੁਰੂ ਨਾਨਕ ਸਾਹਿਬ ਜੀ। ਮੰਗਲਨਾਥ ਵੀ ਗੁਰੂ ਸਾਹਿਬ ਦਾ ਪ੍ਰੇਮੀ ਹੈ, ਸ਼ਰਧਾਲੂ ਹੈ। ਇਉਂ ਬਚਨ ਕੀਤਾ। ਕਹਿਣ ਲੱਗਿਓ ਮੈਂ ਅਸ ਪਹਿਚਾਨਾ। ਤੇ ਇਹ ਹੁਣ ਅੱਗੋਂ ਜਵਾਬ ਦਿੰਦਾ, ਕਹਿੰਦਾ ਗੁਰੂ ਸਾਹਿਬ ਨੂੰ ਮੈਂ ਇਉਂ ਪਛਾਣਿਆ ਹੈ ਜੀ। ਦਰਸ ਨਿਰੰਜਨ ਕੋ ਮਨ ਮਾਨਾ। ਕਹਿੰਦੇ ਮੇਰਾ ਮਨ ਮੰਨ ਗਿਆ ਕਿ ਗੁਰੂ ਨਾਨਕ ਦਾ ਦਰਸ਼ਨ ਰੱਬ ਦਾ ਹੀ ਦਰਸ਼ਨ, ਨਿਰੰਜਨ ਦਾ ਹੀ ਦਰਸ਼ਨ ਹੈ। ਪੂਰਬ ਮਿਲ ਤੁਮ ਜੈਸੇ ਕਹਾ। ਜਿਸ ਤਰ੍ਹਾਂ ਮੰਗਲਨਾਥ ਤੋਂ ਮਿਲ ਕੇ ਗੁਰੂ ਸਾਹਿਬ ਨੂੰ ਆਣ ਕੇ ਦੱਸਿਆ ਸੀ ਨਾ, ਬਸ ਉਹੋ ਹੀ ਰੱਬ ਦਾ ਹੀ ਰੂਪ ਅਸੀਂ ਤੱਕ ਲਿਆ ਹੈ। ਪੂਰਨਾ ਰਾਈ ਤੈਸੋ ਆਹਾ। ਰਾਈ ਮਾਤਰ ਵੀ ਝੂਠ ਨਹੀਂ, ਜਿੱਦਾਂ ਤੂੰ ਕਿਹਾ ਨਾ ਬਸ ਉਹੋ ਹੀ ਰੂਪ ਦੇਖਿਆ ਮੈਂ ਗੁਰੂ ਨਾਨਕ ਸਾਹਿਬ ਦਾ। ਪ੍ਰਾਨਨਾਥ ਮਿਲ ਕਰ ਜਬ ਗਇਓ। ਜਦੋਂ ਪ੍ਰਾਨਨਾਥ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗਿਆ ਹੈ ਤਾਂ ਮਰਦਾਨਾ ਤਬ ਬੋਲਤ ਭਇਓ। ਤਾਂ ਭਾਈ ਮਰਦਾਨਾ ਜੀ ਬੋਲਦੇ ਕਹਿੰਦੇ ਹਨ, ਇਸ ਜੋਗੀ ਕੋ ਭਲੋ ਸੁਭਾਏ। ਕਹਿ ਮਰਦਾਨਾ ਕਹਿੰਦਾ ਮਹਾਰਾਜ ਵੀ ਆ ਜੋਗੀ ਬੜਾ ਚੰਗਾ ਸੁਭਾਅ ਸੀ ਇਸ ਦਾ। ਅਤ ਕੋਮਲ ਜਿਹ ਬੈਨ ਅਲਾਏ। ਦੇਖੋ ਕਿੰਨੇ ਪਿਆਰ ਵਾਲੇ ਮਿੱਠੇ ਨਿਮਰਤਾ ਦੇ ਬਚਨ ਇਸ ਨੇ ਕੀਤੇ ਹਨ। ਦਰਸ ਬਲੋਕਤ ਹਰਖਾ ਐਸੇ। ਤੁਹਾਡੇ ਦਰਸ਼ਨ ਕਰਕੇ ਕਿੰਨਾ ਖੁਸ਼ ਹੋਇਆ ਮਹਾਰਾਜ, ਬੜਾ ਚੰਗਾ ਸੁਭਾਅ ਵਾਲਾ ਬੰਦਾ ਹੈ ਇਹ। ਬਿਸਰਿਓ ਮੀਤ ਮਿਲਤ ਹੈ ਜੈਸੇ। ਇਹ ਤਾਂ ਇਉਂ ਮਿਲਿਆ ਜਿਵੇਂ ਕੋਈ ਪਿਆਰਾ ਮਿੱਤਰ ਵਿਛੜਿਆ ਹੋਵੇ ਤੇ ਉਹਨੂੰ ਸੋ ਦੇਰ ਬਾਅਦ ਮਿਲੇ, ਇੰਨੇ ਪਿਆਰ ਨਾਲ ਮਿਲਿਆ ਹੈ। ਦੋਹਰਾ ਸ੍ਰੀ ਗੁਰ ਬੋਲੇ ਜਾਸ ਪਰ। ਮੇਰੇ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਾ ਜਿਨ੍ਹਾਂ ਦੇ ਉੱਪਰ ਹੈ ਕਰਨਾ ਕਰਤਾਰ। ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਹੈ ਨਾ ਜਿਨ੍ਹਾਂ ਦੇ ਉੱਪਰ, ਤਿਸ ਮਹਿ ਅਸ ਗੁਣ ਹੋਵਈ। ਉਹਨਾਂ ਵਿੱਚ ਇਹੋ ਜਿਹੇ ਗੁਣ ਹੁੰਦੇ ਹਨ ਲਖੇ ਨਾ ਔਰ ਗਵਾਰ। ਬਾਕੀ ਗਵਾਰ ਬੇਸਮਝ ਲੋਕ ਨਹੀਂ ਜਾਣਦੇ ਇਹਨਾਂ ਗੁਣਾਂ ਦੇ ਤਾਈਂ। ਚਉਪਈ ਸਭ ਨਾਥਨ ਮੈਂ ਸ੍ਰੇਸ਼ਟ ਨਾਥਾ। ਇਹ ਸਾਰੇ ਨਾਥਾਂ ਦੇ ਵਿੱਚੋਂ ਬੜਾ ਸ੍ਰੇਸ਼ਟ ਚੰਗਾ ਸੋਹਣਾ ਨਾਥ ਹੈ। ਇਹ ਸਮਾਨ ਕਿਹ ਅਪਰ ਨ ਗਾਥਾ। ਤੋ ਇਹਨਾਂ ਦੇ ਇਹਦੇ ਬਰਾਬਰ ਹੋਰ ਕਿਸੇ ਦੀ ਕੋਈ ਗਾਥਾ ਨਹੀਂ।
ਇਹਦੇ ਵਰਗਾ ਹੀ ਕੋਈ ਵਿਚਾਰ ਵਟਾਂਦਰਾ ਨਹੀਂ ਕਿਸੇ ਨੇ ਕਰਿਆ। ਗੁਰ ਸੋ ਬੂਝਤ ਭਾ ਮਰਦਾਨਾ। ਮਰਦਾਨਾ ਪੁੱਛਦਾ ਹੈ ਸਾਹਿਬ ਸਤਿਗੁਰਾਂ ਜੀ ਨੂੰ, ਨਾਥ ਨਾਮ ਸਭ ਕਰਹੁ ਬਖਾਨਾ। ਹੇ ਮਹਾਰਾਜ, ਇਹ ਜਿਹੜੇ ਨਾਥ ਤੁਸੀਂ ਕਹਿੰਦੇ ਬੜੇ ਗੁਰਮੁਖ ਨੇ ਜਾਂ ਨਾਥ ਆ, ਇਹਨਾਂ ਦੇ ਵਿੱਚ ਸ਼੍ਰੋਮਣੀ, ਉਹਨਾਂ ਦੇ ਨਾਮ ਦੱਸੋ ਮਹਾਰਾਜ ਕਿਹੜੇ ਕਿਹੜੇ ਹਨ। ਜਿਤਨੇ ਜਤੀ ਕਹੋ ਤਿਨ ਨਾਮੂ। ਤੋ ਜਿੰਨੇ ਜਤੀ ਕਹਾਉਂਦੇ ਨੇ ਇਸ ਪ੍ਰਕਾਰ 9 ਨਾਥ 6 ਜਤੀ 84 ਸਿੱਧ 52 ਵੀਰ 64 ਜੋਗਣੀਆਂ ਦੇ ਨਾਮ ਆਉਂਦੇ ਨੇ ਗ੍ਰੰਥਾਂ ਦੇ ਵਿੱਚ। ਤੋ ਇਸ ਪ੍ਰਕਾਰ ਗੁਰੂ ਸਾਹਿਬ ਨੂੰ ਪੁੱਛ ਰਿਹਾ ਹੈ, ਕਿਤਨੇ ਸਿੱਧ ਭੇਦ ਸੁਖ ਧਾਮੂ। ਇਹ ਸੁੱਖਾਂ ਦੇ ਘਰ ਸਤਿਗੁਰੂ ਪਾਤਸ਼ਾਹ ਸਿੱਧਾਂ ਦੇ ਭੇਦ ਕਿਤਨੇ ਹਨ। ਸ੍ਰੀ ਗੁਰ ਭਨੇ ਸਿੱਧ ਹੈ ਜੇਤੇ। ਹਜੂਰ ਪਾਤਸ਼ਾਹ ਕਹਿੰਦੇ ਜਿੰਨੇ ਸਿੱਧ ਲੋਕ ਹਨ, ਨਾਥ ਨਾਮ ਕਹਿਲਾਵਹਿ ਤੇਤੇ। ਇਹ ਜਿੰਨੇ ਵੀ ਸਿੱਧ ਨੇ ਇਹ ਨਾਥ ਨਾਮ ਕਹਾਉਂਦੇ ਨੇ। ਇਨ ਮਹਿ ਨਉ ਜੇ ਨਾਥ ਸੁਭ ਜਾਨੂ। ਇਹਨਾਂ ਦੇ ਵਿੱਚ 9 ਨਾਥ ਸ਼ੁਭ ਜਾਣੇ ਜਾਂਦੇ ਹਨ, ਸ਼੍ਰੋਮਣੀ ਨਾਥ ਜਿਹੜੇ ਮੰਨੇ ਹਨ। ਸੋ ਮੈਂ ਤੁਧ ਸੋ ਕਰਤ ਬਖਾਨੂ। ਉਹਨਾਂ ਦੇ ਨਾਮ ਤੁਹਾਨੂੰ ਦੱਸ ਦਿੰਦੇ ਹਾਂ, ਸੁਣੋ। ਪ੍ਰਾਣ ਨਾਥ। ਇੱਕ ਪ੍ਰਾਣਨਾਥ ਹੈ ਇਹ। ਇੱਕ ਗੋਪੀ ਚੰਦ। ਇੱਕ ਹੈ ਗੋਪੀ ਚੰਦ ਨਾਥ ਜਿਹੜਾ ਹੈ ਗੋਪੀਨਾਥ। ਸੁਰਤ ਨਾਥ। ਇੱਕ ਸੁਰਤਨਾਥ ਹੈ। ਜਿਨ ਨਹਿ ਜਮ ਫੰਦ। ਜਿਸ ਨੂੰ ਇਹਨਾਂ ਨੂੰ ਜੰਮ ਦੀ ਫਾਈ ਨਹੀਂ ਹੈ, ਮੁਕਤ ਪੁਰਸ਼ ਹਨ ਇਹ। ਦੋਹਰਾ ਗੋਰਖਨਾਥ। ਇੱਕ ਇਸ ਪ੍ਰਕਾਰ ਗੋਰਖਨਾਥ ਹੈ। ਮਛੰਦਰਾ ਪੁਨ। ਤੇ ਮਛੰਦਰਨਾਥ ਜਾਣ ਲਓ। ਮੰਗਲਨਾਥ ਮਹਾਨ। ਤੇ ਇਹਨਾਂ ਵਿੱਚ ਮੰਗਲਨਾਥ ਵੀ ਜਿਹੜਾ ਉਹ ਮਹਾਨ ਹੈ। ਚਰਪਟ ਚੰਬਾਨਾਥ ਹੈ। ਚਰਪਟ ਨਾਥ ਤੇ ਚੰਬਾਨਾਥ, ਇਹ ਜਿਹੜੇ ਨਾਥ ਹਨ ਇਹਨਾਂ ਵਿੱਚ 9। ਘੁੱਗੂ ਨਾਥ ਸੁਜਾਨ। ਤੇ ਘੁੱਗੂ ਨਾਥ ਵੀ ਸਿਆਣਾ ਇਸ ਪ੍ਰਕਾਰ ਨਾਥ ਹੈ ਇਹਨਾਂ ਦਾ। ਚੌਪਈ ਅਬ ਜੇ ਜਤੀ ਸੁਨਹੁ ਦੇ ਕਾਨਾ। ਤੇ ਜਿਹੜੇ 6 ਜਤੀਆਂ ਦੇ ਨਾਮ ਆਉਂਦੇ ਨੇ ਕੰਨ ਦੇ ਕੇ ਸੁਣੋ। ਕਵੀ ਜੀ ਗੁਰਮੁਖ ਤੋਂ ਕਹਾ ਰਹੇ ਹਨ ਤੇ ਸਾਨੂੰ ਗਿਆਨ ਦੇ ਰਹੇ ਹਨ। ਲਛਮਨ ਗੋਰਖ ਅਰ ਹਨੂਮਾਨਾ। ਤੋ ਇੱਕ ਲਛਮਣ ਜਤੀ ਤੇ ਗੋਰਖ ਜਤੀ ਹਨੂਮਾਨ ਜਤੀ, 3 ਇਹ ਹਨ। ਭੀਸ਼ਮ ਭੈਰੋ ਦਤ ਪਛਾਨੋ। ਇੱਕ ਹੈ ਭੀਸ਼ਮ ਪਤਾਮਾ, ਇੱਕ ਭੈਰੋ ਤੇ ਇੱਕ ਜਿਹੜਾ ਹੈ ਇਸ ਪ੍ਰਕਾਰ ਸੋ ਦਤ ਜਿਸ ਨੂੰ ਕਹਿੰਦੇ ਦਸ਼ ਜਿਹੜਾ ਹੈ ਇਸ ਪ੍ਰਕਾਰ ਇਸ ਨੂੰ ਕਿਹਾ ਜਾਂਦਾ ਹੈ। ਇਹ 6 ਜਤੀ ਮੰਨੇ ਹਨ। 84 ਸਿੱਧ ਸਭ ਸਿੱਧ ਬਖਾਨੋ। ਤੋ ਇਹ ਹੋ ਗਏ 9 ਨਾਥ ਹੋ ਗਏ ਨੇ ਤੇ 6 ਜਤੀਆਂ ਦੇ ਨਾਮ ਹੋ ਗਏ। ਹੁਣ ਕਹਿੰਦੇ ਜਿਹੜੇ 84 ਸਿੱਧ ਨੇ ਨਾ ਉਹਨਾਂ ਦੇ ਨਾਮ ਤੁਹਾਨੂੰ ਦੱਸਦੇ ਆ। ਹੁਣ 84 ਨਾਮ ਸਾਰੇ ਨਾਥਾਂ ਦੇ ਇਸ ਪ੍ਰਕਾਰ ਇਹਨਾਂ ਸਿੱਧਾਂ ਦੇ ਜਿਹੜੇ ਹਨ ਉਹ 84 ਜਿਹੜੇ ਸਿੱਧ ਨੇ ਉਹਨਾਂ ਦੇ ਨਾਮ ਜਿਹੜੇ ਨੇ ਸੋ ਇੱਥੇ ਕਵੀ ਜੀ ਲਿਖ ਰਹੇ ਨੇ। ਤੋ ਸਮੇਂ ਅਨੁਸਾਰ ਸਰਵਣ ਕਰਾਂਗੇ ਕਿਉਂਕਿ 84 ਨਾਮ ਲੰਬੇ ਨੇ, ਉਹਨਾਂ ਨੂੰ ਅਗਲੇ ਸਮੇਂ ਦੇ ਵਿੱਚ ਆਪਾਂ ਸਰਵਣ ਕਰ ਸਕਾਂਗੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ। ਜਿਸ ਤਰ੍ਹਾਂ ਆਪਣਾ ਬ੍ਰਹਮ ਗਿਆਨ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਬਖਸ਼ਿਸ਼ ਕੀਤਾ ਹੈ, ਆਪਣਾ ਜੋ ਸਿੱਖੀ ਦੇ ਸਿਧਾਂਤ ਸਿੱਧਾਂ ਦੇ ਪ੍ਰਥਾਏ ਪ੍ਰਗਟ ਕੀਤੇ ਹਨ, ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਡੇ ਮਨ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਚੌਪਈ ਅਬ ਜੇ ਜਤੀ ਸੁਨਹੁ ਦੇ ਕਾਨਾ। ਲਸਮਨ ਗੋਰਖ ਅਰ ਹਨੂਮਾਨਾ। ਭੀਸ਼ਮ ਭੈਰੋ ਦਤ ਪਛਾਨੋ। 84 ਸਭ ਸਿੱਧ ਬਖਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।